ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ, ਸਾਰੇ ਮੰਗ ਕਰਦੇ ਆ, ਪਰ ਕਾਨੂੰਨ ਵਿੱਚ ਸੋਧ ਦੀ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਂ ਨੂੰ ਭਗਵੰਤ ਮਾਨ ਮਿਲੇ ਹੈ ਤੇ ਇਹ ਮੰਗ ਰੱਖੀ ਗਈ ਹੈ। ਉਹਨਾਂ ਨੇ ਮੰਗ ਕਿੰਨੀ ਸੁਣੀ ਤੇ ਇਸ ਮਸਲੇ ਦਾ ਹੱਲ ਕੀ ਸਜ਼ਾ ਸਖਤ ਹੋਣ ਨਾਲ ਹੋ ਜਾਵੇਗਾ, ਸਾਰੇ ਸਵਾਲ ਹੋਣੇ ਚਾਹੀਦੇ ਆ। ਬੇਅਦਬੀ ਤੇ ਸ਼ਾਹ ਕੋਲ ਕਿਹੜਾ ਹੱਲ? ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਕਿ ਕਾਨੂੰਨ 'ਚ ਸਖਤ ਸਜ਼ਾ ਵਾਲੀ ਸੋਧ ਹੋਣ ਨਾਲ ਬੇਅਦਬੀ ਨੂੰ ਠੱਲ ਪਵੇਗੀ। ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾ ਰਹੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦੇਵਾਂਗੇ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਗਰੇਵਾਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਦੀਪ ਸਿੰਘ ਗੋਸ਼ਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਹੈ। ਗੋਸ਼ਾ ਜੀ ਤੁਹਾਡਾ ਬਹੁਤ ਸਵਾਗਤ ਹੈ। ਅੰਮ੍ਰਿਤ ਕੌਰ ਗਿੱਲ ਕਾਂਗਰਸ ਦੇ ਸਪੋਕਸਪਰਸਨ ਹੈ। ਅੰਮ੍ਰਿਤ ਕੌਰ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਭਗਵੰਤ ਸਿੰਘ ਸਿਆਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਸੀਨੀਅਰ ਆਗੂ ਨੇ, ਐਗਜ਼ੈਕਟਿਵ ਵਿੱਚ ਸ਼ਾਮਲ ਨੇ ਤੇ ਐਡਵੋਕੇਟ ਵੀ ਨੇ। ਸਿਆਲਕਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਰ ਪਹਿਲਾ ਸਵਾਲ ਗਰੇਵਾਲ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ। ਗਰੇਵਾਲ ਸਾਹਿਬ ਕਿਹੜਾ ਕਾਨੂੰਨ ਹੈ ਜਿੰਦੇ ਵਿੱਚ ਤੁਸੀਂ ਸੋਧ ਦੀ ਮੰਗ ਕਰਦੇ ਪਏ ਹੋ ਤੇ ਸੋਧ ਹੋਣ ਨਾਲ ਹੋ ਕੀ ਜਾਵੇਗਾ? ਗਰੇਵਾਲ ਸਾਹਿਬ ਸਰ ਇਸ ਤਰ੍ਹਾਂ ਕਿ 295A ਜਿਹੜਾ ਸੀ, ਜਦੋਂ ਕਾਂਗਰਸ ਸਰਕਾਰ ਨੇ ਭੇਜਿਆ ਸੀ ਕੇਂਦਰ ਨੂੰ 295AA ਬਣਾ ਕੇ, ਉਹਦੇ 'ਚ ਇਹਨਾਂ ਨੇ ਸਿਰਫ ਇਹ ਕਿਹਾ ਸੀ ਕਿ 6 ਸਕ੍ਰਿਪਚਰਸ ਦੀ ਜੇ ਬੇਅਦਬੀ ਹੋਏਗੀ ਤੇ ਕੇਂਦਰ ਸਰਕਾਰ ਨੇ ਵਾਪਸ ਭੇਜਤਾ ਸੀ ਇਹ ਕਹਿ ਕੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹਦੇ 'ਚ ਹੋਵੇ, ਕਿਉਂਕਿ ਇਹ ਸੈਕੂਲਰ ਮੁਲਕ ਹੈ, ਤਾਂ ਤੁਸੀਂ ਸਾਰੇ ਧਰਮਾਂ ਦਾ ਪਾਓ। ਤੇ ਜਿੱਥੇ ਦੀ ਮੇਰੀ ਜਾਣਕਾਰੀ ਹੈ, ਮੈਨੂੰ ਉਹ ਰੈਕਟੀਫਿਕੇਸ਼ਨ ਕਰਕੇ ਅਮਿਤ ਸ਼ਾਹ ਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਦੀ ਜਿਹੜੀ ਸਜ਼ਾ ਹੈ ਘੱਟੋ ਘੱਟ ਉਮਰ ਕੈਦ ਬਣਾਈ ਜਾਵੇ, ਪਹਿਲੀ ਗੱਲ। ਦੂਜਾ ਜਿਹੜੀ ਕਾਨੂੰਨ ਵਾਲੀ ਗੱਲ ਸੀ ਕਿ ਜਿਸ ਤਰੀਕੇ ਨਾਲ ਕਿਡ ਗਲਵਜ਼ ਨਾਲ ਟਰੀਟ ਕੀਤਾ ਜਾ ਰਿਹਾ, ਇਹਨਾਂ ਦੇ ਅਕਿਊਜ਼ਡ ਨੂੰ ਜਿਹੜੇ ਗੱਲਬਾਤ ਨਹੀਂ ਕਰਨ ਦਿੱਤੀ ਜਾ ਰਹੀ ਤੇ ਜਿਸ ਤਰ੍ਹਾਂ ਪੈਰੋਲਸ ਦਿੱਤੀਆਂ ਜਾ ਰਹੀਆਂ ਨੇ, ਅਸੀਂ ਸ਼ਾਇਦ ਇਹ ਮਾਨ ਸਾਹਿਬ ਮੈਨੂੰ ਲੱਗਦਾ ਇਹ ਦਿਸ ਇਜ਼ ਗੈਸਵਰਕ। ਇਹਦੇ ਬਾਰੇ ਮੈਂ ਪੂਰਾ ਨਹੀਂ ਕਹਿ ਸਕਦਾ ਕਿ ਉਹਦੀ ਵੀ ਕੋਈ ਗੱਲ ਕਰਨ ਗਏ ਹੋਣਗੇ। ਮੋਰ ਇੰਪੋਰਟੈਂਟਲੀ ਇਹ ਹੈ ਕਿ ਜੇ ਕਾਨੂੰਨ ਕੜੇ ਹੋਣਗੇ, ਸਜ਼ਾ ਇਮੀਡੀਏਟ ਹੋਊਗੀ। ਤੇ ਇਹਦੇ 'ਚ ਕੁਝ ਪ੍ਰੋਸੀਜਰਸ ਵੀ ਇਹੋ ਜਿਹੇ ਨੇ ਜਿਹੜੇ ਪ੍ਰੋਸੀਜਰ ਬਹੁਤ ਲੌਂਗ ਡਰਾਉਨ ਆਊਟ ਪ੍ਰੋਸੀਜਰਸ ਨੇ, ਜਿਹਦੇ 'ਚ ਬੰਦੇ ਨੂੰ ਬੇਲ ਮਿਲ ਜਾਂਦੀ ਹੈ ਤੇ ਹੋਰ ਚੀਜ਼ਾਂ ਹੋ ਜਾਂਦੀਆਂ ਨੇ। ਤੇ ਉਹ ਜਿਹੜੇ ਪ੍ਰੋਸੀਜਰਲ ਚੇਂਜਸ ਨੇ ਉਹਦੀ ਬੇਨਤੀ ਕਰਨ ਗਏ ਸੀਗੇ। ਤੇ ਮੈਂ ਉਮੀਦ ਕਰਦਾ ਕਿ ਅਮਿਤ ਸ਼ਾਹ ਜੀ ਇਹਨੂੰ ਲੈਣਗੇ, ਇਹਨੂੰ ਸਮਝਣਗੇ ਤੇ ਇਹਦੀ ਗੰਭੀਰਤਾ ਸਮਝਣਗੇ, ਕਿਉਂਕਿ ਹੁਣ ਬੇਅਦਬੀ ਇੱਕ ਟੂਲ ਬਣ ਗਿਆ ਸੀ ਪੋਲਿਟਿਕਸ ਕਰਨ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਹੋਵੇ। ਇਸ ਕਰਕੇ ਮਾਨ ਸਾਹਿਬ ਨੇ ਇਹ ਬੇਨਤੀ ਕੀਤੀ। ਗਰੇਵਾਲ ਸਾਹਿਬ, ਜਿਹੜੇ ਤੁਹਾਡੇ ਵਿਰੋਧੀ ਆ ਉਹ ਇਹ ਕਹਿੰਦੇ ਆ ਕਿ ਹੁਣ ਬੇਅਦਬੀ ਦੇ ਮੁੱਦਿਆਂ ਨਾਲ ਤੋਂ ਹੱਲ ਨਹੀਂ ਹੋ ਰਹੇ ਤੇ ਇਹ ਘਟਨਾਵਾਂ ਵੱਧਦੀਆਂ ਪਈਆਂ ਤੇ ਹੁਣ ਇਹ ਮੁੱਦਾ ਭਟਕਾਉਣ 'ਚ ਲੱਗੇ ਆ। ਗਰੇਵਾਲ ਸਾਹਿਬ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰ। ਇਨਵੈਸਟੀਗੇਸ਼ਨ ਤੁਹਾਨੂੰ ਮੈਂ ਦੱਸ ਰਿਹਾ, ਮਾਨਯੋਗ ਹਾਈ ਕੋਰਟ ਮੋਨੀਟਰ ਕਰ ਰਿਹਾ, ਬਟ ਅਸੀਂ ਇਹ ਕਾਨੂੰਨ ਚਾਹੁੰਦੇ ਆ, ਸਾਰੇ ਕਾਨੂੰਨ ਚਾਹੁੰਦੇ ਆ। ਜੇ ਕਾਂਗਰਸ ਨੇ ਭੇਜਿਆ ਸੀ ਉਹ ਵੀ ਗੱਲ ਮਾੜੀ ਨਹੀਂ, ਜੇ ਬੀਜੇਪੀ ਕਰ ਦਿੰਦੀ ਹੈ ਜਾਂ ਅਕਾਲੀ ਦਲ ਕਹਿੰਦਾ ਇਹਦੇ ਬਾਰੇ, ਕੋਈ ਬੁਰੀ ਗੱਲ ਨਹੀਂ ਹੈ, ਕਿਉਂਕਿ ਸਾਰੇ ਚਾਹੁੰਦੇ ਆ ਕਿ ਜਿਹੜਾ ਇੱਕ ਬੇਅਦਬੀ ਦਾ ਰਿਵਾਜ ਬਣ ਗਿਆ ਸੀ ਸਰ, ਬੜੀ ਬਦਕਿਸਮਤੀ ਨਾਲ ਸਾਡੇ ਹਰ ਇਲੈਕਸ਼ਨ ਤੋਂ ਪਹਿਲਾਂ ਇੱਕ ਰਿਵਾਜ ਬਣਾ ਲਿਆ ਸੀ ਇਹਨਾਂ ਨੇ। ਐਂਡ ਮੈਂ ਹੈਰਾਨ ਹੁੰਦਾ ਕਿਹੋ ਜਿਹੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੌਣ ਦੇ ਕੁਛ ਨੇ ਤੇ ਉਦੋਂ ਬਾਅਦ ਵੀ ਇਹੋ ਜਿਹੇ ਕੰਮ ਕਰਦੇ ਆ। ਸੋ ਇਸ ਲਈ ਇੱਕ ਸਟ੍ਰਿਕਟ ਲਾਅ ਬਾਉਂਡਿੰਗ ਲਾਅ ਦੇ ਖਿਲਾਫ ਹੋਣੀ ਚਾਹੀਦੀ ਹੈ, ਜਿਹਦੇ ਨਾਲ ਜਿਹੜੀ ਇੱਕ ਡਿਟਰੈਂਟ ਦਾ ਕੰਮ ਕਰੇ। ਚਲੋ ਠੀਕ। ਗੋਸ਼ਾ ਜੀ ਅਮਿਤ ਸ਼ਾਹ ਇਸ ਮੁੱਦੇ ਤੇ ਪੂਰੇ ਸੰਜੀਦਾ ਹੋਣਗੇ ਕਿਉਂਕਿ ਤੁਸੀਂ ਇਹੀ ਗੱਲ ਕਹਿਣੀ ਹੈ ਗੋਸ਼ਾ ਜੀ, ਪਰ ਮੇਰਾ ਸਵਾਲ ਇਹ ਹੈ ਕਿ ਕੇਂਦਰ ਕੋਲੇ ਪਹੁੰਚ ਕਰਕੇ ਮੁੱਖ ਮੰਤਰੀ ਨੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਕਾਰਾ ਹੈ, ਕਿਉਂਕਿ ਸ਼ਬਦ ਬੋਲਣਾ ਵੀ ਔਖਾ ਲੱਗਦਾ ਹੈ, ਜੋ ਕਾਰਾ ਹੋਇਆ ਇਹ ਬੜਾ ਨਿੰਦਣਯੋਗ ਹੈ। ਅੱਜ ਤੱਕ ਇਹਦੀ ਸੱਟ, ਇਹਦੇ ਡੂੰਘ ਸਾਡੇ ਸਾਰੇ ਪੰਜਾਬੀਆਂ ਤੇ ਸਮੁੱਚੀ ਦੁਨੀਆ ਦੇ ਲੋਕਾਂ ਤੇ ਪਏ ਹੋਏ ਆ। ਦੂਜੀ ਗੱਲ ਹੈ ਕਿ ਬਿਲਕੁਲ ਲਾਅ ਬਹੁਤ ਹਾਰਡ ਹੋਣਾ ਚਾਹੀਦਾ, ਜਿਹਦੇ 'ਚ ਉਮਰ ਕੈਦ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਕਿਸੇ ਧਰਮ ਦੇ ਖਿਲਾਫ ਕੋਈ ਗੱਲ ਨਾ ਕਰ ਸਕੇ। ਤੀਜੀ ਗੱਲ ਹੈ, ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗਾ। ਬਾਬ ਜੀ ਬੈਠੇ ਮੇਰੇ ਸਤਿਕਾਰਯੋਗ, ਮੇਰੇ ਲੁਧਿਆਣਾ ਵਾਸੀ ਵੀ ਹੈ, ਭਰਾ ਵਰਗੇ ਦੋਸਤ ਵੀ ਹੈ, ਪਰ ਇਹਨਾਂ ਨੂੰ ਮੈਂ ਦੱਸਦਾ ਜਦੋਂ 3 ਸਾਲ ਦੀ ਸਜ਼ਾ ਹੋਈ ਸੀ ਇਸੇ ਦੇ ਉੱਤੇ ਤੇ ਇਹਨਾਂ ਦੀ ਸਾਰੀ ਪਾਰਟੀ ਨੇ ਲੱਡੂ ਵੰਡੇ ਸੀ, ਤੇ ਜੇ ਉਦੋਂ 3 ਸਾਲ ਦੀ ਪਾਰਟੀ ਦੇ ਲੱਡੂ ਨਾ ਵੰਡੇ ਹੁੰਦੇ ਤੇ ਸ਼ਾਇਦ ਅੱਜ ਇਹਨਾਂ ਨੂੰ ਦੁਬਾਰਾ ਨਾ ਜਾਣਾ ਪੈਂਦਾ। ਇਹ ਪਹਿਲਾਂ ਹੀ ਲਾਅ ਨੂੰ ਠੀਕ ਕਰਨਾ ਚਾਹੀਦਾ ਸੀਗਾ। ਚੌਥੀ ਗੱਲ ਹੈ, ਬਿਲਕੁਲ ਤੁਹਾਨੂੰ ਯਾਦ ਹੋਣਾ, ਮੈਂ KP ਜੀ ਇੱਕ ਗੱਲ ਕੰਪਲੀਟ ਕਰ ਲੈਂਦਾ। ਬਿਲਕੁਲ ਤੁਹਾਨੂੰ ਯਾਦ ਹੋਣਾ, ਅੰਮ੍ਰਿਤਸਰ ਸਾਹਿਬ ਵਿਖੇ ਕੇਜਰੀਵਾਲ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਵਿਜੇ ਕੁਵਰ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਐਜ਼ ਏ ਵੈਪਨ ਯੂਜ਼ ਕੀਤਾ ਸੀ ਕਿ ਬੇਅਦਬੀ ਦੀ ਸਾਰੀ ਫਾਈਲ ਬਣੀ ਹੋਈ ਹੈ, 24 ਘੰਟੇ ਸਾਨੂੰ ਮਿਲ ਜਾਣ, 24 ਘੰਟੇ ਦੇ ਅੰਦਰ ਬੰਦੇ ਅੰਦਰ ਹੋਣਗੇ। ਅੱਜ ਤਾਂ ਹੁਣ 8 ਤੋਂ ਮਹੀਨਿਆਂ ਤੋਂ ਉੱਪਰ ਟੱਪ ਗਏ ਆ। ਫਿਰ ਉਸ ਗੱਲ ਨੂੰ ਆਪਾਂ ਭਟਕਾਈਏ ਨਾ, ਅੱਜ ਲੋਕਾਂ ਨੂੰ ਉਸ ਮੁੱਦੇ ਦੇ ਉੱਤੇ ਤੁਹਾਡੇ ਤੇ ਵਿਸ਼ਵਾਸ ਕਰਕੇ 92 MLA ਜਿਤਾਏ ਆ। ਗੋਸ਼ਾ ਜੀ ਪਤਾ ਨਹੀਂ ਕਿਉਂ ਮੈਂ ਪਹਿਲਾਂ ਹੀ ਤੁਹਾਡੀ ਲਾਈਨ ਬੋਲ ਦਿੱਤੀ ਸੀਗੀ ਵੀ ਤੁਸੀਂ ਇਹ ਮੁੱਦਾ ਭਟਕਾਉਣ ਵਾਲੀ ਗੱਲ ਕਹੋਗੇ, ਮੁੱਖ ਮੰਤਰੀ ਨੇ ਗਲਤ ਡਿਮਾਂਡ ਕਰ ਲਈ ਕੀ? देखो मैं तो कह रहा पहले की गल कह रहा उम्र कैद होनी चाहिए मैं तो कह रहा मैं तो
ਐਗਰੀ ਕਰ ਰਿਹਾ, ਮੈਂ ਉਹਦੇ ਖਿਲਾਫ ਥੋੜਾ ਬੋਲ ਰਿਹਾ। ਸਖਤ ਸਜ਼ਾ ਹੋਣੀ ਚਾਹੀਦੀ ਕਿਸੇ ਵੀ ਧਰਮ ਦੀ। ਕੋਈ ਖਿਲਾਫ ਏਦਾਂ ਦੀ ਗੱਲ ਹੋਵੇ ਉਹ ਉਮਰ ਕੈਦ ਹੋਵੇ, ਤਾਂ ਜੋ ਇਹ ਧਰਮਾਂ ਦੀਆਂ ਲੜਾਈਆਂ ਘੱਟੋ ਘੱਟ ਨਾ ਪੈ ਸਕਣ, ਇਹਨੂੰ ਪੋਲੀਟੀਕਲ ਰੰਗਤ ਨਾ ਦਿੱਤੀ ਜਾ ਸਕੇ। ਲੋਕ ਮੈਂ ਫਿਰ ਕਹਿ ਰਿਹਾ ਕਿ ਵੀ ਜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ, ਇਸ ਨੂੰ ਵੈਪਨ ਵਾਂਗੂ ਯੂਜ਼ ਕੀਤਾ ਗਿਆ, ਬੇਦਬੀਆਂ ਕਰਾਈਆਂ ਗਈਆਂ, ਡਰਾਮੇਬਾਜ਼ੀ ਕੀਤੀ ਗਈ, ਪੰਜਾਬ ਦੇ ਵੋਟਾਂ ਦੇ ਨਾਮ ਤੇ ਇਹਦੀ ਸਿਆਸਤ ਕੀਤੀ ਗਈ। ਇਹ ਬਹੁਤ ਮਾੜੀ ਗੱਲ ਹੈ। ਇਹ ਤੁਸੀਂ ਗੋਸ਼ਾ ਜੀ ਮੰਨਦੇ ਹੋ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਇਹਨੂੰ ਵੈਪਨ ਵਾਂਗ ਯੂਜ਼ ਕੀਤਾ ਬਾਕੀ ਪਾਰਟੀਆਂ ਨੇ, ਜੋ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ, ਕਿਉਂਕਿ ਉਹ ਤੁਸੀਂ ਸਾਥੀ ਸੀਗੇ, ਇਕੱਠੇ ਸੀਗੇ, ਤੁਹਾਡੀ ਸਰਕਾਰ ਸੀ ਉਦੋਂ? ਬਿਲਕੁਲ, ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀਗਾ, ਇਹ ਉਸ ਟਾਈਮ ਹੋਇਆ। ਇਹ ਬੜੀ ਨਿੰਦਣਯੋਗ ਗੱਲ ਹੈ, ਨਹੀਂ ਹੋਣਾ ਚਾਹੀਦਾ ਸੀਗਾ। ਸਰਕਾਰਾਂ ਨੂੰ ਉਸ ਵੇਲੇ ਜੇ ਮੇਨ ਮੋਹਰੀ ਰੋਲ ਸੀਗਾ, ਉਹਨਾਂ ਨੂੰ ਇਸ ਦੇ ਉੱਤੇ ਲਗਾਮ ਕੱਸਣੀ ਚਾਹੀਦੀ ਸੀ। ਜੇ ਉਹ ਫੇਲ ਹੋਏ ਤੇ ਤਾਂ ਹੀ ਸਰਕਾਰ ਚੇਂਜ ਹੋਈ ਹੈ ਨਾ। ਕਾਂਗਰਸ ਦੀ ਸਰਕਾਰ ਵੀ ਇਸੇ ਮੁੱਦੇ ਤੇ ਆਈ ਸੀ ਤੇ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਇਸੇ ਮੁੱਦੇ ਤੇ ਆਈ ਹੈ, ਪਰ ਘੱਟੋ ਘੱਟ ਇਹ ਤਾਂ ਸਮਝਣ ਹੁਣ ਇਹ ਮੁੱਦੇ ਨੂੰ। ਜੇ ਦੇਖੋ, ਮੈਂ ਫਿਰ ਕਹਿ ਰਿਹਾ, ਜੋ ਡਿਲੀਵਰ ਕਰੋਗੇ ਨਾ ਉਹੀ ਮਿਲਣਾ, ਦੂਜਾ ਕੁਝ ਨਹੀਂ ਮਿਲਣਾ। ਠੀਕ। ਹਾਂ ਮਿਸਟਰ ਗਰੇਵਾਲ, ਕੀ ਕਹਿਣਾ ਚਾਹ ਰਹੇ ਹੋ, ਬੋਲੋ। ਸਰ, ਮੈਂ ਵੱਡੇ ਭਰਾ ਨੂੰ ਬੇਨਤੀ ਕਰੂੰਗਾ ਕਿ ਕੇਂਦਰ ਕਾਨੂੰਨ ਬਣਾਉਣ ਦੇਸ਼ 'ਚ ਕੇਂਦਰ ਦਾ ਪ੍ਰੈਰੋਗੇਟਿਵ ਹੁੰਦਾ ਕਾਨੂੰਨ ਬਣਾਉਣਾ। ਅਸੀਂ ਬੇਅਦਬੀ ਦੇ ਪਤਾ ਨਹੀਂ ਲੱਡੂਆਂ ਦੇ ਕਿਹੜੇ ਇਹਦੀ ਗੱਲ ਕਰ ਰਹੇ, ਪਰ ਜੇ ਕਿਸੇ ਨੂੰ ਉਹਦੇ ਦੀ ਕੋਈ ਬੰਦਾ ਕਨਵਿਕਟ ਹੋਇਆ ਤਾਂ ਉਹ ਚੰਗੀ ਗੱਲ ਹੈ। ਸੈਕੰਡਲੀ, ਜਿਹੜੇ ਬੇਅਦਬੀ ਦੇ ਦੋਸ਼ੀ ਨੇ, ਜਿਨ੍ਹਾਂ ਦੇ ਕੇਸ ਵੀ ਚੱਲ ਰਹੇ ਆ, ਗੈਂਗਸਟਰਸ ਨੂੰ ਵਰਤ ਕੇ ਅੱਜ ਉਹ ਕੜੀਆਂ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ, ਐਂਡ ਪੰਜਾਬ ਪੁਲਿਸ ਇਹ ਨਹੀਂ ਹੋਣ ਦੇਊਗੀ। ਅਸੀਂ ਇਹ ਕਾਨੂੰਨ ਦੀ ਡਿਮਾਂਡ ਵੀ ਕਰਦੇ ਹਾਂ, ਅਸੀਂ ਬੇਨਤੀ ਕਰਦੇ ਹਾਂ ਕਿ ਕੇਂਦਰ ਸਰਕਾਰ ਜਿੰਨੀ ਜਲਦ ਤੋਂ ਜਲਦ ਕਾਨੂੰਨ ਬਣਾਵੇ ਤੇ ਜਿਹੜੀ ਇਹਦੇ ਵਿੱਚ ਪ੍ਰੋਸੀਜਰ ਲੈਪਸਿਸ ਨੇ ਉਹਨਾਂ ਨੂੰ ਦੂਰ ਕਰੇ। ਸਾਡੀ ਤਾਂ ਇੰਨੀ ਬੇਨਤੀ ਹੈ। ਨਹੀਂ, ਤੁਸੀਂ ਕੁਝ ਖਰੜਾ ਦਾ ਬਣਾ ਕੇ ਦਿਓ ਨਾ ਉਹਨਾਂ ਨੂੰ, ਗਰੇਵਾਲ ਸਾਹਿਬ। ਸਰ, ਮਾਨ ਸਾਹਿਬ ਪੂਰੀ ਡਿਟੇਲ ਦੇ ਕੇ ਆਏ ਸਰ। ਮਾਨ ਸਾਹਿਬ ਪੂਰੀ ਡਿਟੇਲ ਦੇ ਕੇ ਆਏ ਨੇ। ਮੈਂ ਤਾਂ ਹੀ ਕਹਿ ਰਿਹਾ, ਮੈਂ ਔਨ ਗੁੱਡ ਅਥਾਰਟੀ ਮੈਂ ਕਹਿ ਰਿਹਾ ਕਿ ਮਾਨ ਸਾਹਿਬ ਸਾਰੀਆਂ ਡਿਟੇਲਸ ਉੱਥੇ ਦੇ ਕੇ ਆਏ। ਚਲੋ ਭਗਵੰਤ ਸਿੰਘ ਸਿਆਲਕਾ ਸਾਹਿਬ, ਮੈਂ ਆ ਰਿਹਾ ਮਿਸਟਰ ਗੋਸ਼ਾ, ਇੱਕ ਮਿੰਟ, ਹੁਣ ਮਿਸਟਰ ਸਿਆਲਕਾ ਸਾਹਿਬ ਨੂੰ ਮੈਨੂੰ ਪੁੱਛ ਲੈਣ ਦਿਓ। ਸਿਆਲਕਾ ਸਾਹਿਬ, ਇੱਕ ਸਖਤ ਕਾਨੂੰਨ ਬਣਾਉਣ ਨਾਲ ਬੇਅਦਬੀ ਦਾ ਮੁੱਦਾ ਹੱਲ ਹੋ ਜਾਊਗਾ ਸਰ? ਇਹ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੂਗੀ, ਠੱਲ ਪੈਣੀ ਸ਼ੁਰੂ ਹੋ ਜਾਊਗੀ, ਤੁਹਾਨੂੰ ਲੱਗਦਾ ਮਿਸਟਰ ਸਿਆਲਕਾ? ਬਿਲਕੁਲ ਹੋਊਗਾ ਜੀ। ਇਹ ਸਖਤੀ ਤੋਂ ਬਿਨਾਂ ਕਦੀ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ। ਤੁਸੀਂ, ਮੈਂ ਤੁਹਾਨੂੰ ਆਖੋ ਤੇ ਸਕਰੀਨਸ਼ਾਟ ਭੇਜ ਦਿੰਦਾ, ਇੱਕ ਸਰਚ ਮਾਰੋ ਇਹਦੇ ਉੱਤੇ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਇਆ। ਪ੍ਰਪੋਜ਼ਡ ਅਮੈਂਡਮੈਂਟ ਔਨ ਸੈਕਸ਼ਨ 295A, ਇਹਦੇ ਵਿੱਚ ਆਊਗਾ ਮਾਰਚ 2016 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਪ੍ਰਪੋਜ਼ਡ ਅਮੈਂਡਮੈਂਟ ਭੇਜੀ ਸੀ ਸੈਂਟਰ ਸਰਕਾਰ ਨੂੰ। ਉਹਦੇ 'ਚ ਗੁਰੂ ਗ੍ਰੰਥ ਸਾਹਿਬ ਜੀ, ਗੀਤਾ, ਬਾਈਬਲ ਤੇ ਕੁਰਾਨ, ਇਹ ਚਾਰ ਜਿਹੜੇ ਗ੍ਰੰਥ ਨੇ ਪਵਿੱਤਰ, ਇਹਨਾਂ ਦੇ ਸੰਬੰਧ ਵਿੱਚ ਜੇ ਕੋਈ ਬੇਅਦਬੀ ਦੀ ਕੋਸ਼ਿਸ਼ ਕਰਦਾ ਜਾਂ ਬੇਅਦਬੀ ਕਰਦਾ ਤੇ ਉਹਨੂੰ ਜਿਹੜੀ ਆ ਉਹ ਉਮਰ ਕੈਦ ਦੀ ਸਜ਼ਾ ਕੀਤੀ ਜਾਵੇ। ਉਸ ਵੇਲੇ ਇਹ ਜਿਹੜੀ ਅਮੈਂਡਮੈਂਟ ਆ, ਕਿਉਂਕਿ ਇਹ ਸੈਂਟਰ ਦੇ ਸਟੇਟ ਵਾਈਜ਼ ਨੇ, ਕਿਉਂਕਿ ਇਹ ਸਾਰੇ ਕਿਤੇ ਵੀ ਹਿੰਦੁਸਤਾਨ ਦੇ ਵਿੱਚ ਸਾਰੇ ਥਾਵਾਂ ਤੇ ਜਿਹੜੇ ਪਵਿੱਤਰ ਗ੍ਰੰਥ ਜਿਹੜੇ ਨੇ ਇਹ ਪ੍ਰਕਾਸ਼ਮਾਨ ਨੇ, ਤੇ ਉਸ ਕਰਕੇ ਸੈਂਟਰ ਦਾ ਪ੍ਰੈਰੋਗੇਟਿਵ ਸੀ ਇਸ ਨੂੰ ਅਮੈਂਡ ਕਰਨਾ। ਸੈਂਟਰ ਕੋਲ ਭੇਜਿਆ, ਸੈਂਟਰ ਨੇ ਉਥੋਂ ਇਹਨੂੰ ਰਿਟਰਨ ਕਰ ਦਿੱਤਾ ਕਿ ਤੁਸੀਂ ਇਹ ਜਿਹੜਾ ਹਿੰਦੁਸਤਾਨ ਇਹ ਹੈਗਾ ਵਾ ਸੈਕੂਲਰ ਕੰਟਰੀ ਆ, ਸੈਕੂਲਰ ਸਟੇਟ ਆ, ਤੇ ਤੁਸੀਂ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ, ਬਾਕੀ ਸਾਰੇ ਜਿਹੜਾ ਉਹ ਧਰਮਾਂ ਦੇ ਸੰਬੰਧ ਵਿੱਚ ਜਿਹੜੀ ਆ ਤੁਸੀਂ ਅਮੈਂਡਮੈਂਟ ਜੇ ਕਰਨੀ ਚਾਹੁੰਦੇ ਤੇ ਉਹ ਭੇਜੋ। ਗੁਰੂ ਗ੍ਰੰਥ ਸਾਹਿਬ ਜੀ ਦਾ ਸਪੈਸ਼ਲੀ ਇਸ ਕਰਕੇ ਕਿਉਂਕਿ ਉਸ ਵੇਲੇ ਅਸੈਂਬਲੀ ਦੇ ਵਿੱਚ ਇਹ ਗੱਲ ਆਈ ਸੀ, ਸਾਰੇ ਧਰਮਾਂ ਨੇ ਇਹ ਗੱਲ, ਜਿਹੜੇ ਉੱਥੇ ਐਮਐਲਏ ਸਾਰੇ ਧਰਮਾਂ ਨਾਲ ਸੰਬੰਧਿਤ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰ ਨਾਜ਼ਰ ਗੁਰੂ ਸਾਹਿਬ ਸਮਝਦੇ ਨੇ। ਅਸੀਂ ਆਪਣੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਪਰ ਉਹ ਜਿਹੜਾ ਜੀਵਤ ਜਾਗਦੇ ਜਿਹੜੀ ਹੈ ਨਾ ਜਾਗਦ ਜੋਤ ਸਰੂਪ ਜਿਹੜਾ ਉਹ ਅਸੀਂ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਅਮੈਂਡਮੈਂਟ ਜਿਹੜੀ ਹੈ ਪ੍ਰਪੋਜ਼ ਕਰਕੇ ਭੇਜੀ ਸੀ ਕਿ ਇਹਦੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਦਾ ਬੇਅਦਬੀ ਤੇ ਉਹਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਕੀਤੀ ਜਾਵੇ। ਬਟ ਜਦੋਂ ਉਹ ਵਾਪਸ ਹੋ ਗਿਆ ਜੀ ਉੱਥੋਂ ਆਪਣਾ ਸੈਂਟਰ ਤੋਂ, ਤੇ 2017 ਜਿਹੜੀ ਸੀ ਉਹ ਸਰਕਾਰ ਬਦਲ ਗਈ। ਉਸ ਵੇਲੇ ਜਿਹੜਾ ਕੈਪਟਨ ਸਾਹਿਬ ਨੇ ਸ਼ਾਇਦ ਫਿਰ ਇਹਨੂੰ ਉਹਨਾਂ ਜਿਹੜਾ ਉਹ ਫਾਰਵਰਡ ਨਹੀਂ ਕੀਤਾ ਜਾਂ ਇਹਦੇ ਤੇ ਪੈਰਵਾਈ ਨਹੀਂ ਕੀਤੀ, ਉਹ ਫਿਰ ਉਹੋ ਹੀ ਰਹਿ ਗਿਆ 3 ਸਾਲ ਵਾਲੀ ਸਜ਼ਾ ਤੇ ਜਿਹੜਾ ਬੇਲੇਬਲ ਅਫੈਂਸ ਰਹਿ ਗਿਆ। ਜਿੰਨਾ ਚਿਰ ਤੁਸੀਂ ਇਹ ਚਲੋ ਇਹ ਭਗਵੰਤ ਮਾਨ ਨੇ ਮੰਗ ਰੱਖੀ ਹੈ, ਤੁਸੀਂ ਇਹਦਾ ਵੈਲਕਮ ਕਰਦੇ ਹੋ? ਵੇਖੋ, ਜੇ ਇਹ ਮੰਗ ਰੱਖੀ ਆ ਉਹਨਾਂ ਨੇ ਤੇ ਇਹਦਾ ਵੈਲਕਮ ਹੈ ਜੀ, ਕਿਉਂਕਿ ਅਸੀਂ ਵੀ ਜਿਹੜੀ ਆ ਜਦੋਂ ਇਹ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ ਇਹਦੀ ਖਰੜਾ ਬਣਾ ਕੇ ਭੇਜਿਆ ਸੀ, ਪ੍ਰੋਪਰ ਪ੍ਰੋਵੀਜ਼ਨ ਸਾਰੇ ਬਣਾ ਕੇ ਭੇਜੇ ਸੀ। ਉਹ ਜਿਹੜਾ ਜੀ ਸੈਂਟਰ ਇਹਨੂੰ ਤੁਹਾਡੀ ਕਿਉਂ ਨਹੀਂ ਸੁਣੀਗੀ? ਤੁਸੀਂ ਤਾਂ ਨਾਲ ਭਾਈਵਾਲ ਵੀ ਸੀਗੇ, ਤੁਹਾਡੀ ਕਿਉਂ ਨਹੀਂ ਸੁਣੀ ਸਿਆਲਕਾ ਸਾਹਿਬ? ਇਹਨਾਂ ਦੀ ਕਿਵੇਂ ਸੁਣ ਲੈਣਗੇ, ਤਾਂ ਭਾਈਵਾਲ ਨਹੀਂ ਹੈਗੇ। ਵੇਖੋ, ਮੈਂ ਇਸ ਮੁੱਦੇ ਦੇ ਉੱਤੇ ਆਖਿਆ ਵੀ ਜੇ ਕਰਦਾ
ਸੈਂਟਰ ਦੀ ਜਿਹੜੀ ਉਹਨਾਂ ਨੇ ਉਸ ਵੇਲੇ ਭੇਜਿਆ ਵੀ ਤੁਸੀਂ ਸਾਰੇ, ਕਿਉਂਕਿ ਜਿਹੜਾ ਹਿੰਦੁਸਤਾਨ ਹੈ ਜਿਹੜਾ ਸੈਕੂਲਰ ਸਟੇਟ ਹੈ, ਇਸ ਕਰਕੇ ਤੁਸੀਂ ਸਾਰੇ ਧਰਮਾਂ ਦੀ ਗੱਲ ਕਰੋ। ਤੇ ਉਦੋਂ ਸਰਕਾਰ ਨੇ ਸਾਰਿਆਂ ਦੀ ਕਰਕੇ ਭੇਜੀ ਵੀ ਤੁਸੀਂ ਇਹਦੇ 'ਚ ਅਮੈਂਡਮੈਂਟ ਕਰ ਦਿਓ 295 'ਚ, ਬਟ ਉਹ ਸਰਕਾਰ ਬਦਲ ਜਾਣ, ਕਿਉਂਕਿ ਪੰਜਾਬ ਸਰਕਾਰ ਨੇ ਭੇਜੀ ਨਾ ਇਹ ਡਿਮਾਂਡ, ਤੇ ਪੰਜਾਬ ਸਰਕਾਰ ਬਦਲ ਜਾਣ ਕਰਕੇ ਅਗਲੀ ਸਰਕਾਰ ਨੇ ਸ਼ਾਇਦ ਇਹਦੀ ਜਿਹੜੀ ਆ ਉਹ ਪੈਰਵਾਈ ਨਹੀਂ ਕੀਤੀ। ਇਹ ਤਾਂ ਤੁਹਾਨੂੰ ਲੱਗਦਾ ਸਿਆਲਕਾ ਸਾਹਿਬ, ਤੁਹਾਨੂੰ ਲੱਗਦਾ ਜੇ ਅਗਲੀ ਸਰਕਾਰ ਪੈਰਵਾਈ ਕਰਦੀ ਤਾਂ ਸੈਂਟਰ ਗੱਲ ਸੁਣ ਲੈਂਦਾ, ਤੁਹਾਨੂੰ ਲੱਗਦਾ? ਕਿਉਂਕਿ ਉਹ ਤੇ ਜਾ ਚੁੱਕਿਆ ਹੈ ਨਾ ਬਿੱਲ ਸਾਰਾ। ਚਲੋ ਚਲੋ ਮੈਂ ਵਾਪਸ ਆ ਰਿਹਾ ਮੈਂ ਛੋਟਾ ਬ੍ਰੇਕ ਲਗੇ ਵਾਪਸ ਆ ਰਿਹਾ। ਅਮਿਤ ਕੌਰ ਗਿੱਲ ਤੁਹਾਡੇ ਕੋਲ ਵੀ ਸਵਾਲ ਲਵਾਂਗਾ, ਬੇਅਦਬੀ ਤੇ ਸ਼ਾਹ ਕੋਲੇ ਕਿਹੜਾ ਹਾਲ ਹੈ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ ਕਿ ਕਾਨੂੰਨ 'ਚ ਸਖਤ ਸਜ਼ਾ ਵਾਲੀ ਸੋਧ ਹੋਣ ਨਾਲ ਬੇਅਦਬੀ ਨੂੰ ਠੱਲ ਪਵੇਗੀ। ਅਮਰਿਤ ਕੌਰ ਗਿੱਲ ਤੁਹਾਡਾ ਟੇਕ ਬੋਲੋ ਪਲੀਜ਼। ਦੇਖੋ ਬਹੁਤ ਚੰਗਾ ਇਨੀਸ਼ੀਏਟਿਵ ਹੈ ਜੇ ਇਹ ਕਾਨੂੰਨ, ਦੇਖੋ ਜਾਗਦੀ ਜੋਤ ਆਪਾਂ ਕਹੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਆਪਣਾ 11ਵਾਂ ਗੁਰੂ ਮੰਨਦੇ ਆ, ਔਰ ਮੈਂ ਤਾਂ ਕਹੂੰਗੀ ਇਹਦੇ ਵਿੱਚ ਵੀ ਜਦੋਂ ਸਾਡੇ ਜਾਗਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਆਪਾਂ ਗੱਲ ਕਰਦੇ ਆ ਵੀ ਉਹਨਾਂ ਦੇ ਅੰਗਾਂ ਦੀ ਬੇਅਦਬੀ ਹੋਈ ਤਾਂ ਇੱਕ ਤਰੀਕੇ ਦੇ ਨਾਲ ਸਾਡੇ ਗੁਰੂ ਦੀ ਬੇਅਦਬੀ ਹੋਈ, ਤਾਂ ਭਾਵੇਂ ਇਸ ਤੋਂ ਵੀ ਜ਼ਿਆਦਾ ਸਖਤ ਸਜ਼ਾ ਹੈ ਜਿਹੜੀ ਉਹ ਲੱਗਣੀ ਚਾਹੀਦੀ ਹੈ, ਭਾਵੇਂ 302 ਲੱਗੇ, ਬਿਕਾਜ਼ ਬਾਕੀਆਂ ਧਰਮਾਂ ਲਈ ਉਹਨਾਂ ਦੇ ਧਾਰਮਿਕ ਗ੍ਰੰਥ ਇੱਕ ਅੱਡ ਮਾਇਨੇ ਰੱਖਦੇ ਨੇ, ਤੇ ਸਿੱਖ ਧਰਮ ਲਈ, ਸਿੱਖ ਕੌਮ ਲਈ ਸਾਡਾ ਗੁਰੂ ਗ੍ਰੰਥ ਸਾਹਿਬ ਅਲੱਗ ਉਹਨਾਂ ਦੀ ਵੈਲਿਊ ਜਾਂ ਉਹ ਸਾਡੇ ਲਈ ਜਾਗਦੀ ਜੋਤ ਨੇ। ਤੋਂ ਇਹਦੇ ਵਿੱਚ ਇਸ ਚੀਜ਼ ਦਾ ਸਵਾਗਤ ਕਰਦੇ ਆ ਵੀ ਭਗਵੰਤ ਮਾਨ ਜੀ ਨੇ, ਬਾਕੀਆਂ ਗਵਰਨਮੈਂਟਸ ਨੇ ਲਿੱਤਾ। ਦੇਖੋ ਹੁਣੀ SGPC ਦੇ ਮੈਂਬਰ ਬੋਲ ਰਹੇ ਸੀਗੇ, तो मैं कहना चाहनी हाँ भी कांग्रेस ने नहीं किया, आप इज टेकिंग द इनिशिएटिव, पर बीजेपी ते अकाली दल ता हैंड इन ग्लव सीगे, तो इन्हां दे टाइम में करवा नहीं सके। इनिशिएटिव चंगा है पर अल्टीमेटली केपीजी दे पिछे वेखण वाली गल आ भी आम आदमी पार्टी दे अरविंद केजरीवाल जी कहंदे ने भी 24 घंटियां दे विच बेअदबी दा इंसाफ आ लो, फाइल कुवर विजय प्रताप दे हाथ च पई है ते असी इंसाफ जदों सत्ता च आ गए इंसाफ दवावांगे। ओही कुवर विजय प्रताप फिर इथे बरगाड़ी बैबल कला आके कहंदे ने भी मैनू कोई उम्मीद नहीं कि मेरी सरकार तो भी कि इंसाफ मिलेगा। और स्पीकर कुलतार सिंह संधवा ने कहा भी 1.5 महीने दे विच विच असी इहदे ते कार्रवाई नहीं तां मैं सिख नहीं, मैं तुहाडे नाल आके बैठूं। वो बैठे नहीं गए, आपदी गल तो मुनकर हो गए, पर अल्टीमेटली बेअदबी तां हुण भी हो रही ने। और जे आम आदमी पार्टी दी सरकार जिहड़ी इस चीज ते संजीदा है तां हुण जिहड़ियां बेअदबियां हो रही ने उन्हां नूं क्यों नहीं रोकिया जा रहा? स्टेट दे विच लॉ एंड ऑर्डर दी सिचुएशन है जिहड़ी डे बाय डे एवरी पासिंग डे डिटीरियरेट हो रही है, बद तो बदतर हुंदी जा रही है। इस चीज दे उत्ते की स्टैंड है? और चंगा इनिशिएटिव है भगवंत मान जी और निटके दे विच 295 ए की डबल ए की ईवन के इस तो भी ज्यादा ਆਪਾਂ ਕਹੀਏ ਵੀ ਸਜ਼ਾ ਵੱਡੀ ਬਣ ਸਕਦੀ ਹੈ ਤਾਂ ਉਹ ਵੀ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੇ ਉੱਤੇ ਜੇ ਠੇਸ ਪਹੁੰਚਾਉਂਦਾ ਹੈ ਤਾਂ ਉਹ ਸਭ ਤੋਂ ਵੱਡਾ ਦੋਸ਼ੀ ਹੈ। ਅਮਰਿਤ ਕੌਰ ਗਿੱਲ ਤੁਸੀਂ ਹੁਣ ਬਹੁਤ ਲੰਬਾ ਬੋਲੇ, ਮੇਰਾ ਸਵਾਲ ਵੀ ਲੈ ਲਓ। ਕੁੰਵਰ ਵਿਜੇ ਪ੍ਰਤਾਪ ਕਿਹੜੀ ਜਾਂਚ ਕਰ ਰਹੇ ਸੀ? ਪਹਿਲਾਂ ਤਾਂ ਸਾਨੂੰ ਇਸ ਤੇ ਸਪਸ਼ਟ ਹੋਣਾ ਪਊਗਾ। ਦੂਜੀ ਗੱਲ ਹੈ, ਕੁੰਵਰ ਵਿਜੇ ਪ੍ਰਤਾਪ ਨੂੰ ਤੁਹਾਡੀ ਸਰਕਾਰ ਨੇ ਚੁਣਿਆ ਸੀ, ਤੁਹਾਡੀ ਸਹੀ ਚੁਆਇਸ ਸੀਗੀ? ਦੇਖੋ ਅਸੀਂ ਤਾਂ ਇੱਕ ਆਫੀਸਰ ਨੂੰ, ਪੁਲਿਸ ਆਫੀਸਰ ਦੇ ਉਹਦੇ ਅੰਦਰ ਕੀ ਇੰਟੈਂਸ਼ਨ ਹੈ, ਕੋਈ ਪੋਲੀਟੀਕਲ ਇੰਟੈਂਸ਼ਨ ਪਾਲ ਰਿਹਾ ਤਾਂ ਕਹਿ ਨਹੀਂ ਸਕਦੇ, ਪਰ ਇੱਕ ਸਾਫ਼ ਛਵੀ ਵਾਲੇ ਪੁਲਿਸ ਕਰਮੀ ਨੂੰ ਅਸੀਂ ਚੁਣਿਆ ਸੀਗਾ। ਠੀਕ ਹੈ, ਉਹਨਾਂ ਦੀ ਇੰਟੈਂਸ਼ਨ ਆਪਾਂ ਨੂੰ ਪਤਾ ਲੱਗ ਗਈ ਵੀ ਜਦੋਂ ਉਹਨਾਂ ਨੇ ਆਪਦੀ ਰਿਪੋਰਟ ਸਬਮਿਟ ਕੀਤੀ ਤਾਂ ਹਾਈ ਕੋਰਟ ਨੇ ਉਹਨੂੰ ਟੋਟਲੀ ਰਿਜੈਕਟ ਕੀਤਾ ਤੇ ਫਿਰ ਉਸ ਤੋਂ ਬਾਅਦ ਉਹ ਕਿਵੇਂ ਆਮ ਆਦਮੀ ਪਾਰਟੀ 'ਚ ਜੁਆਇਨ ਕਰ ਦਿੰਦੇ ਨੇ, ਉਹਦੇ ਵਿੱਚ ਉਹਨਾਂ ਦੀ ਕੀ ਮੈਲਾਫਾਈਟ ਸੀ। ਪਰ ਅਲਟੀਮੇਟਲੀ ਅਰਵਿੰਦ ਕੇਜਰੀਵਾਲ ਤਾਂ ਇਹ ਕਹਿ ਰਹੇ ਸੀ ਨਾ ਵੀ ਇਹਦੇ ਵਿੱਚ ਸਾਰਾ ਕੁਝ ਹੈ ਇਸ ਫਾਈਲ ਦੇ ਵਿੱਚ, ਜਦੋਂ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਬੇਅਦਬੀ ਦਾ ਇਨਸਾਫ ਆਪਾਂ ਇਹ ਮੰਨ ਕੇ ਚੱਲੀਏ ਨਾ, ਜੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ 5 ਸਾਲ ਤੁਸੀਂ ਲੰਘਾ ਲਏ, ਇਹ ਵੀ ਲੰਘਾ ਲੈਣਗੇ ਇਦਾਂ ਹੀ 8-9 ਮਹੀਨੇ ਲੰਘਾ ਲਏ, ਅਗਾਂਹ ਵੀ ਲੰਘਾ ਲੈਣਗੇ, ਬਸ ਸਾਰੇ ਸਿਆਸਤ ਕਰੀ ਚੱਲੋ ਬਸ। ਗਿੱਲ ਸਾਹਿਬ, ਮੈਡਮ ਗਿੱਲ
ਦੇਖੋ ਇਸ ਮੁੱਦੇ ਦੇ ਉੱਤੇ ਇਸ ਦੇ ਉੱਤੇ ਮੈਨੂੰ ਲੱਗਦਾ ਵੀ ਸਿਆਸਤ ਹੋਣੀ ਨਹੀਂ ਚਾਹੀਦੀ ਹੈਗੀ ਔਰ ਉਮੀਦ ਕਰ ਸਕਦੇ ਆ ਕਿਉਂਕਿ ਜਿਹੜੀ ਪਾਰਟੀ ਸੱਤਾ ਸਾਡਾ ਟਾਈਮ ਤਾਂ ਨਿਕਲ ਗਿਆ ਔਰ ਸਿਚੁਏਸ਼ਨ ਇਹੋ ਜਿਹੀ ਨਾ ਹੁੰਦੀ ਜੇ ਅਸੀਂ ਉਸ ਤਰੀਕੇ ਦਾ ਐਕਸ਼ਨ ਲਿੱਤਾ ਹੁੰਦਾ ਔਰ ਸਾਰੀਆਂ ਪਾਰਟੀਆਂ ਤੇ ਇਹੀ ਰੂਲ ਹੁਣ ਆਮ ਆਦਮੀ ਪਾਰਟੀ ਪਾਵਰ ਚ ਹੈ ਤਾਂ ਉਮੀਦ ਕਰਾਂਗੇ ਅਸੀਂ। ਚਲੋ ਗਰੇਵਾਲ ਸਾਹਿਬ ਇੱਕ ਤਾਂ ਕੁੰਵਰ ਵਿਜੇ ਪ੍ਰਤਾਪ ਹਰਾਂ ਦੇ ਸਵਾਲ ਦਾ ਜਵਾਬ ਦੇ ਦਿਓ, ਤੁਸੀਂ ਉਹੀ ਜਵਾਬ ਦੇਣ ਲੱਗੇ ਸੀ ਮੈਨੂੰ ਲੱਗਦਾ। ਇੱਕ ਕੁਲਤਾਰ ਸਿੰਘ ਸੰਧਵਾ ਜਿਹੜਾ ਉੱਥੇ ਪ੍ਰੋਮਿਸ ਕਰਕੇ ਆਏ ਸੀਗੇ ਤੇ ਹੁਣ ਉਹਨਾਂ ਤੋਂ ਜੋ ਸਵਾਲ ਕਰਦਾ ਮੀਡੀਆ ਤੇ ਭੱਜ ਰਹੇ ਆ ਉਹ। ਨਹੀਂ ਕਿਤੇ ਨਹੀਂ ਭੱਜੇ। ਕੁਲਤਾਰ ਸਿੰਘ ਸੰਧਵਾ ਨਾਲ ਮੈਂ ਹਾਲੇ 2-3 ਦਿਨ ਪਹਿਲਾਂ ਹੀ ਗੱਲ ਕੀਤੀ ਹੈ। ਜਿੰਨੇ ਹੱਥ ਧੋ ਕੇ ਉਹ ਇਸ ਚੀਜ਼ ਦੇ ਪਿੱਛੇ ਪਏ ਹੋਏ ਨੇ, ਇਟਸ ਨੋਬਡੀਜ਼ ਬਿਜ਼ਨਸ। ਉਹ ਮੈਂ ਕੁਝ ਚੀਜ਼ਾਂ ਨਹੀਂ ਰਿਵੀਲ ਕਰ ਸਕਦਾ, ਪਰ ਕੁਲਤਾਰ ਸਿੰਘ ਸੰਧਵਾ ਨੇ ਜੇ ਬੀੜਾ ਚੱਕਿਆ ਉਹਨੂੰ ਲੌਜੀਕਲ ਕੰਕਲੂਜਨ ਨਾਲ ਲਿਆਉਣਗੇ। ਆਈ ਐਮ ਗਲੈਡ ਕਿ ਸਾਰੀਆਂ ਪਾਰਟੀਆਂ ਮੰਨਦੀਆਂ ਨੇ, ਪਰ ਕੇਪੀ ਜੀ ਜੇ ਆਪਾਂ ਥੋੜਾ ਜਿਹਾ ਇਤਿਹਾਸ ਪਿੱਛੇ ਜਾਈਏ, ਪੰਜਾਬ 'ਚ ਜਦੋਂ ਮਾਹੌਲ ਖਰਾਬ ਕੀਤਾ, ਪਹਿਲਾ ਮਾਹੌਲ ਖਰਾਬ ਹੋਇਆ, ਉਦੋਂ ਪਹਿਲਾਂ ਵੀ ਬੇਅਦਬੀਆਂ ਹੋਈਆਂ ਸੀ, ਉਦੋਂ ਪਹਿਲਾਂ ਇੱਕ ਪੈਟਰਨ ਬਣਿਆ ਸੀ। ਬੜੀ ਬਦਕਿਸਮਤੀ ਨਾਲ ਹੁਣ ਬੇਅਦਬੀਆਂ ਨੂੰ ਸਿਆਸਤ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, 2017 ਚ ਵੀ ਕੀਤੀ, ਐਤਕੀ ਵੀ ਹੋਈ। ਅਸੀਂ ਮੈਂ ਚਾਹੁੰਦੇ ਹਾਂ ਇਹ ਹੈ ਕਿ ਇਹ ਜਿਹੜੀ ਪੋਲਿਟਿਕਸ ਲਈ ਧਰਮ ਨੂੰ ਇਸਤੇਮਾਲ ਕਰਨ ਦੀ ਜਿਹੜੀ ਇੱਕ ਧਰਮ ਨੂੰ ਗੰਦੇ ਤਰੀਕੇ ਨਾਲ ਇਸਤੇਮਾਲ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਸੀ ਨਾ, ਅਸੀਂ ਉੱਤੇ ਠੱਲ ਲਾਵਾਂਗੇ। ਜਿਹੜਾ 24 ਘੰਟੇ ਦਾ ਬਾਰ-ਬਾਰ ਕਹਿੰਦੇ ਮੈਂ ਕੰਧ 'ਚ ਟੱਕਰਾਂ ਮਾਰ-ਮਾਰ ਹਟ ਗਿਆ ਕਿ ਇੰਟੈਂਸ਼ਨ ਅਸੀਂ ਇਹ ਕਹਿ ਰਹੇ ਸੀ ਕਿ 24 ਘੰਟਿਆਂ 'ਚ ਪੋਲੀਟੀਕਲ ਜਿਹੜੇ ਸੰਰਖਣ ਆ ਉਹ ਖਤਮ ਹੋ ਜਾਏਗਾ, ਭਾਵੇਂ ਉਹ ਡਰੱਗ ਡੀਲਰਸ ਨੇ, ਭਾਵੇਂ ਉਹ ਬੇਅਦਬੀ ਵਾਲੇ ਆ, ਉਹ ਅਸੀਂ ਖਤਮ ਕੀਤਾ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ, 2016 ਜਦੋਂ ਭੇਜਿਆ ਸੀ, ਜੇ ਇੰਨੇ ਸੀਰੀਅਸ ਸੀ, ਵੱਡੇ ਬਾਦਲ ਸਾਹਿਬ ਦੀ ਤਾਂ ਗੱਲ ਹੀ ਨਹੀਂ ਟਾਲਦੇ ਸੀ ਮੋਦੀ ਜੀ। ਵੱਡੇ ਬਾਦਲ ਸਾਹਿਬ ਜਾ ਕੇ ਬਹਿ ਜਾਂਦੇ ਦਿੱਲੀ, ਜੇ ਬੀਬਾ ਜੀ ਨੂੰ ਕੈਬਨਿਟ ਮਿਨਿਸਟਰ ਉੱਥੇ ਕੈਂਪ ਕਰ ਸਕਦੇ ਆ ਤਾਂ ਐਡੀ ਵੱਡੀ ਚੀਜ਼ ਲਈ ਵੱਡੇ ਬਾਦਲ ਸਾਹਿਬ ਨੇ ਕੈਂਪ ਕੀਤਾ ਹੁੰਦਾ ਤਾਂ ਮੋਦੀ ਜੀ ਨੇ ਝੱਟ ਬਣਾ ਲੈਣੀ ਸੀ। ਅਸੀਂ ਸਾਰਾ ਪਲੰਦਾ ਬਣਾ ਕੇ ਦੇ ਕੇ ਆਏ ਆ। ਇਹਦੇ ਲਈ ਜੋ ਵੀ ਪ੍ਰੈਸ਼ਰ ਬਿਲਡਅਪ ਕਰਨਾ ਹੋਊਗਾ ਅਸੀਂ ਕਰਾਂਗੇ। ਐਂਡ ਹੁਣ ਅਸੀਂ ਇਹ ਜੀ ਘਿਨੌਨੀ ਰਾਜਨੀਤੀ, ਧਰਮ ਦੀ ਰਾਜਨੀਤੀ ਨਹੀਂ ਹੋਣ ਦੇਵਾਂਗੇ। ਤੁਸੀਂ ਇਸ ਮੁੱਦੇ ਤੇ ਰਾਜਨੀਤੀ ਨਹੀਂ ਕੀਤੀ ਗਰੇਵਾਲ ਸਾਹਿਬ? ਸਰ ਅਸੀਂ ਲੋਕਾਂ ਦਾ ਇੱਕ ਸਵਾਲ ਸੀ, ਉਹਦਾ ਜਵਾਬ ਦਿੱਤਾ। ਕੁੰਵਰ ਵਿਜੇ ਪ੍ਰਤਾਪ ਦੀ ਗੱਲ ਸੁਣੋ, ਉਹਨਾਂ ਦੀ SIT ਭੰਗ ਹੋਈ ਕਿਉਂ? ਕਿਉਂਕਿ AG ਨੇ ਉਹਨਾਂ ਦਾ ਪੱਖ ਰੱਖਿਆ, ਸਬ ਇੰਸਪੈਕਟਰ ਭੰਗ ਕਰਾ ਗਿਆ, ਪਹਿਲੀ ਗੱਲ। ਦੂਜੀ ਗੱਲ, ਉਹਨਾਂ ਦੀਆਂ ਜੋ ਇਨਪੁਟਸ ਨੇ ਅਸੀਂ ਲੈ ਲਈਆਂ, ਕਿਉਂਕਿ ਬਾਅਦ ਚੋਂ ਇਹ ਕਹਿਣਗੇ ਤਾਂ ਸਿਆਸਤ ਕਰਦੇ ਆ, ਇਹ ਤਾਂ ਵੰਡੇਟਾ ਕਰਦੇ ਆ, ਅਕਾਲੀ ਕਹਿਣਗੇ ਵੰਡੇਟਾ ਕਰ ਰਹੇ ਸੀ। ਅਸੀਂ ਉਹ ਇਲਜ਼ਾਮ ਨਹੀਂ ਲਵਾਉਣਾ ਚਾਹੁੰਦੇ। ਹਾਈ ਕੋਰਟ ਮਾਨਿਟਰ ਕਰ ਰਿਹਾ। ਬੀਬਾ ਗੱਲ ਕਰਨ ਦਿਆ ਕਰੋ, ਬੀਬਾ ਗੱਲ ਨਾ ਕੱਟਿਆ ਕਰੋ ਪਲੀਜ਼। ਗੱਲ ਕਰਨ ਦਿਆ। ਗਰੇਵਾਲ ਸਾਹਿਬ ਆਪਣੀ ਗੱਲ ਪੂਰੀ ਕਰੋ, ਗੱਲ ਪੂਰੀ ਕਰੋ। ਮੇਰੀ ਗੱਲ ਸਿਰਫ ਇੰਨੀ ਹੈ ਕਿ ਫਿਰ ਇਹ ਨਾ ਕਹੋ ਨਾ ਕਿ ਸਿਆਸਤ ਹੋ ਰਹੀ। ਅਸੀਂ ਉਹਨਾਂ ਨੇ ਜੋ ਇਨਪੁਟਸ ਦੇਣੇ ਸੀ ਲੈ ਲਏ। ਨਾਓ ਹੀ ਇਜ਼ ਅ ਪੋਲੀਟੀਸ਼ੀਅਨ। ਜੇ ਉਹਨਾਂ ਨੂੰ ਅਸੀਂ ਉੱਥੇ ਵਾੜਦੇ, ਸ਼ਰੇਆਮ ਬਾਇਸ ਨਜ਼ਰ ਆਊਗੀ, ਪਰ ਉਹਨਾਂ ਦੇ ਇਨਪੁਟਸ ਲਏ ਜਾ ਚੁੱਕੇ ਨੇ ਐਂਡ ਇਹ ਜਲਦੀ ਇਟ ਵਿਲ ਕਮ ਟੂ ਅ ਲੌਜੀਕਲ ਕੰਕਲੂਜਨ। ਇਹ ਮੈਂ ਆਸ਼ਵਾਸਨ ਦਿੰਦਾ। ਹਾਂ ਅਮਰਤ ਬੋਲੋ ਪਲੀਜ਼। ਮੈਂ ਕਹਿਣਾ ਚਾਹੁੰਦੀ ਹਾਂ, ਇਹਨਾਂ ਦੇ ਆਪਦੀ ਪਾਰਟੀ ਦੇ ਵਿਧਾਇਕ ਜਿਹੜੇ ਪਹਿਲਾਂ SIT ਦੇ ਇੰਚਾਰਜ ਸੀਗੇ, ਉਸ ਤੋਂ ਬਾਅਦ ਹੁਣ ਉਹ ਆਪਣੀ ਪਾਰਟੀ ਦੇ ਨਿਸ਼ਾਨੇ ਸਾਧ ਰਹੇ ਨੇ ਤੇ ਆਪਣੀ ਪਾਰਟੀ ਨੂੰ ਬਲੇਮ ਕਰ ਰਹੇ ਨੇ ਕਿ ਮੈਨੂੰ ਇੱਥੋਂ ਵੀ ਇਨਸਾਫ ਦੀ ਉਮੀਦ ਨਹੀਂ ਹੈ। ਜੇ ਤੁਹਾਡੇ ਇਨਪੁਟਸ ਲੈ ਲਏ, ਸਾਰਾ ਕੁਝ ਹੋ ਗਿਆ, ਫਿਰ ਤੁਹਾਡੇ ਆਪਦੇ MLA ਕਿਉਂ ਨਹੀਂ ਸੈਟੀਸਫਾਈ? ਉਹ ਜਿੱਥੇ ਧਰਨਾ ਲੱਗਿਆ ਹੋਇਆ ਸੁਖਰਾਜ ਜੀ ਬੈਠੇ ਨੇ ਉੱਥੇ, ਉਹ ਕਹਿ ਕੇ ਆਏ ਨੇ ਜੀ ਕਹਿ ਕੇ ਆਇਆ ਬਿਕਾਜ਼ ਹੀ ਡਸ ਨਾਟ ਫੁੱਲ ਫੈਕਟਸ। ਉਹ ਇਸ ਟਾਈਮ ਤੇ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ, ਉਹਨਾਂ ਨੂੰ ਪੂਰੇ ਤੱਥ ਨਹੀਂ ਪਤਾ। ਚਲੋ ਉਹ ਬੋਲ ਕੇ ਜਦੋਂ ਮੈਂ ਥੋੜਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਮੁੱਖ ਮੰਤਰੀ ਦੀ ਸ਼ਾਹ ਨੇ ਕਿੰਨੀ ਸੁਣੀ ਸਵਾਲ ਇਹ ਵੀ ਬੜਾ ਮਹੱਤਵਪੂਰਨ ਹੈਗਾ, ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਮੰਗ ਉੱਠ ਚੁੱਕੀ ਹੈ ਤੇ ਹੁਣ ਇਸ ਮੰਗ ਦੇ ਪਿੱਛੇ ਠੋਸ ਆਧਾਰ ਕਿਹੜਾ ਬਣ ਰਿਹਾ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ ਕਿ ਕਾਨੂੰਨ 'ਚ ਸਖਤ ਸਜ਼ਾ ਵਾਲੀ ਸੋਧ ਹੋਣ ਨਾਲ ਬੇਅਦਬੀ ਨੂੰ ਠੱਲ ਪਵੇਗੀ। ਭਗਵੰਤ ਸਿੰਘ ਸਿਆਲਕਾ ਜੀ, ਤੁਸੀਂ ਬਹੁਤ ਸੀਨੀਅਰ ਹੋ, ਬੜਾ ਕੁਝ ਤੁਸੀਂ ਦੇਖਿਆ ਕਿ SGPC ਨੇ ਆਪਣਾ ਰੋਲ ਸਹੀ ਪਲੇ ਕੀਤਾ ਜਦੋਂ ਇਹ ਸਭ ਕੁਝ ਵਾਪਰਿਆ ਪੰਜਾਬ ਵਿੱਚ? ਭਗਵੰਤ ਸਿੰਘ ਸਿਆਲਕਾ ਬਿਲਕੁਲ ਸਹੀ ਪਲੇ ਕੀਤਾ ਜੀ। ਦੇਖੋ, ਜਿਹੜਾ ਬੇਅਦਬੀ ਦੀਆਂ ਘਟਨਾਵਾਂ ਲੰਬੇ ਸਮੇਂ ਤੋਂ ਵਾਪਰ ਰਹੀਆਂ ਤੇ ਉਹਨਾਂ ਦੀ ਜਿਹੜੀ ਆ ਜ਼ਿੰਮੇਵਾਰੀ ਹੁੰਦੀ ਸਰਕਾਰ ਦੀ। ਸਰਕਾਰ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਨਿਭਾਈ। SGPC ਦੇਖੋ, ਸਭ ਤੋਂ ਜਿਹੜਾ ਬਰਨਿੰਗ ਇਸ਼ੂ ਜਿਹੜਾ ਅੱਜ ਵੀ ਜਿਹੜਾ ਡਿਸਕਸ ਹੋ ਰਿਹਾ ਜਾਂ ਜੋ ਸਭ ਤੋਂ ਜ਼ਿਆਦਾ, ਉਹ ਬਰਗਾੜੀ ਵਾਲੀ ਘਟਨਾ ਜਿਹੜੀ ਹੈ। ਬਰਗਾੜੀ ਦੇ ਸਮੇਂ ਉਸ ਵੇਲੇ SGPC ਦੇ ਪ੍ਰੈਜ਼ੀਡੈਂਟ ਅਵਤਾਰ ਸਿੰਘ ਮੱਕੜ ਉਹ ਜਾ ਕੇ ਆਏ ਜੀ ਉੱਥੇ, ਸਾਡੇ ਸਿੰਘ ਸਾਹਿਬ ਉੱਥੇ ਜਾ ਕੇ ਆਏ ਜੀ। ਬਟ ਉਹ ਜਿਹੜਾ ਨਾ, ਉਹਦੇ ਤੋਂ ਹੀ ਬਾਅਦ ਜਿਹੜਾ ਮਾਰਚ 2016 ਦੇ ਵਿੱਚ ਜਿਹੜਾ ਵਾ ਲਾਈਫ ਇੰਪ੍ਰਿਜ਼ਨਮੈਂਟ ਦਾ ਜਿਹੜਾ ਉਹ ਪ੍ਰੋਵੀਜ਼ਨ ਤਾਂ ਕਰਕੇ ਭੇਜੀ ਸੀ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਨੇ ਦੇਖੋ, ਇੱਕ ਸਰਕਾਰ ਹੈ, ਸਰਕਾਰ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਤੇ ਹੈ ਨਹੀਂ ਜੀ। ਇਹਨਾਂ ਚੀਜ਼ਾਂ ਦਾ ਤੇ ਨੁਕਸਾਨ ਹੈ ਨਾ ਸਰਕਾਰ ਨੂੰ।
ਤੇ ਇਹ ਕਰਵਾਊ ਕੌਣ? ਕਰਵਾਊ ਉਹ ਜਿਹਨੂੰ ਇਹਦਾ ਫਾਇਦਾ ਹੋਣ ਵਾਲਾ। ਬਾਕੀ ਤੁਸੀਂ ਮੇਰੇ ਤੋਂ ਪਹਿਲਾਂ ਜਿਹੜੀ ਡਿਸਕਸ਼ਨ ਹੋਈ ਉਹਦੇ ਸਾਰਾ ਕੁਝ ਬੜਾ ਕਲੀਅਰ ਕਰ ਦਿੱਤਾ। ਐਸਜੀਪੀਸੀ ਨੇ ਆਪਣਾ ਰੋਲ ਬੜਾ ਵਧੀਆ ਨਿਭਾਇਆ ਜੀ, ਹੁਣ ਤੱਕ ਵੀ ਨਿਭਾ ਰਹੇ ਨੇ। ਤੁਸੀਂ ਇਹ ਤਾਂ ਦੱਸੋ ਨਾ ਸਿਆਲਕਾ ਸਾਹਿਬ ਇਹ ਤਾਂ ਸਾਨੂੰ ਖੁਰਾ ਖੋਈ ਲੱਭਣਾ ਪਊਗਾ ਨਾ, ਇਹ ਸਾਜ਼ਿਸ਼ ਕਰ ਕੌਣ ਰਿਹਾ? ਧਰਮ ਦੇ ਨਾਂ ਤੇ ਕੌਣ ਵੰਡੀਆਂ ਪਾਉਣਾ ਚਾਹੁੰਦਾ ਹੈ, ਧਰਮ ਦੇ ਨਾਂ ਤੇ ਕੌਣ ਰਾਜਨੀਤੀ ਕਰਨਾ ਚਾਹੁੰਦਾ ਹੈ? ਸਰ ਇਹ ਤਾਂ ਸਾਨੂੰ ਲੱਭਣਾ ਪਊਗਾ ਨਾ ਸਿਆਲਕਾ ਸਾਹਿਬ। ਮੈਂ ਇੱਕ ਗੱਲ ਦੱਸਾਂ ਭਾਜੀ, ਉੱਚੀ ਗੱਲ ਕਰਨ ਲੱਗਾ, ਸਿਆਸਤਦਾਨਾਂ ਦੀ ਜਿਹੜੇ ਆ ਇਹਨਾਂ ਦੇ ਮੂੰਹ 'ਚ ਸਿਰਫ ਪਾਈ ਜਾਂਦੀ ਆ ਜਿਹਨੂੰ ਆਪਾਂ ਚੂਪਣੀ ਕਹਿੰਦੇ ਆ ਨਾ, ਇਹਨਾਂ ਨੂੰ ਚੀਫ ਸੈਕਟਰੀ ਜਾਂ ਦਰਜਾ ਬਦਰਜਾ ਜਿਹੜੇ ਅਫਸਰ ਹੁੰਦੇ ਨੇ, ਉਹ ਦਰਜਾ ਬਦਰਜਾ ਸਿਆਸਤਦਾਨਾਂ ਨੂੰ ਉਹ ਦੱਸਦੇ ਵੀ ਤੁਸੀਂ ਇਹਦੇ ਚੋਂ ਪੈਸੇ ਬਣਾ ਸਕਦੇ, ਇਹਦੇ ਪੈਸੇ ਬਣਾ ਸਕਦੇ। ਇਹ ਸਾਰਾ ਜਿਹੜਾ ਗੇਮ ਇਹ ਚੱਲਦੀ ਏਜੰਸੀਆਂ ਦੀ। ਤੁਹਾਡਾ ਖਿਆਲ ਮੁਲਕ ਨੂੰ ਆਪਣਾ ਪੋਲੀਟੀਸ਼ੀਅਨ ਚਲਾ ਰਹੇ ਨੇ, ਮੁਲਕ ਨੂੰ ਏਜੰਸੀਆਂ ਚਲਾ ਰਹੀਆਂ ਨੇ। ਪੋਲੀਟੀਸ਼ੀਅਨ ਫਿਰ ਸਰ ਪੋਲਿਟਿਕਸ ਛੱਡ ਦੇਣ ਨਾ, ਨਹੀਂ ਉਹਨਾਂ ਤੋਂ ਚੱਲਦੀ ਤਾਂ। ਜੇ ਉਹਨਾਂ ਨੇ ਦੂਜਿਆਂ ਦੀ ਸਲਾਹਾਂ ਨਾਲ ਚੱਲਣਾ ਹੈ ਕਿ ਮਾੜੇ ਰਾਹਾਂ ਤੇ ਪੈਣਾ ਹੈ, ਤੇ ਫਿਰ ਇਹੋ ਜਿਹੀ ਸਲਾਹ ਲੈਣ ਦੀ ਲੋੜ ਕੀ ਹੈ ਸਿਆਲਕਾ ਸਾਹਿਬ? ਜਿਹੜਾ ਹੈਗੇ ਨੇ ਜਿਹੜੀਆਂ ਏਜੰਸੀਆਂ ਅੰਡਰ ਦਾ ਗਵਰਨਮੈਂਟ ਨੋਨਮਿਟੀ ਜਿਹੜਾ ਇਹ ਚਲਾਉਂਦੀਆਂ ਨੇ, ਇੱਕ ਪ੍ਰੋਵੀਜ਼ਨ ਹੈ ਡੈਮੋਕ੍ਰੈਟਿਕ ਸਟੇਟ ਆ, ਇਹਦੇ ਵਿੱਚ ਜਿਹੜਾ ਇਹ ਪੋਲੀਟੀਸ਼ੀਅਨ ਹੀ ਸਾਹਮਣੇ ਰਹਿਣੇ ਆ। ਨਹੀਂ ਤੁਸੀਂ ਸਿਆਲਕਾ ਸਾਹਿਬ ਕਦੇ ਐਡਮਿਟ ਕਰੋਗੇ ਕਿ ਤੁਸੀਂ ਰਾਮ ਰਹੀਮ ਨੂੰ ਮਾਫੀ ਦਿੱਤੀ? ਕਦੇ ਐਡਮਿਟ ਕਰੋਗੇ ਸਰ ਇਹ ਕਿ ਨਹੀਂ ਕਰੋਗੇ ਸਿਆਲਕਾ ਸਾਹਿਬ? ਇਹ ਜਿਹੜਾ ਜੋ ਕੁਝ ਇਹਦੇ ਸਾਹਮਣੇ ਹੈਗਾ ਨਾ ਜੀ, ਉਹਦੇ ਵਿੱਚ ਮੇਰੇ ਕੋਲੋਂ ਐਡਮਿਟ ਕਰਵਾ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੀ? ਰਾਮ ਰਹੀਮ ਮਾਫੀ ਵਾਲਾ ਮੈਟਰ ਆਇਆ ਜੀ, ਉਹਦੇ ਤੋਂ ਬਾਅਦ ਰਾਮ ਰਹੀਮ ਦੀ ਮਾਫੀ ਜਿਹੜੀ ਆ ਉਹ ਚਲੋ ਮੈਂ ਇੱਕ ਸਧਾਰਨ ਸਵਾਲ ਕਰਦਾ ਸਿਆਲਕਾ ਸਾਹਿਬ ਸਧਾਰਨ ਸਵਾਲ ਕਰਦਾ ਤੁਹਾਨੂੰ ਸਿਆਲਕਾ ਸਾਹਿਬ। 2007 ਵਿੱਚ ਜਿਹੜਾ ਇਹ ਸਾਰਾ ਰਾਮ ਰਹੀਮ ਨੇ ਜਿਹੜੇ ਪੋਸ਼ਾਕ ਵਾਲਾ ਮਾਮਲਾ ਉਹ ਤੇ ਜਿਹੜਾ ਇੱਕ ਫਿਲਮ ਵਾਲਾ ਮਾਮਲਾ, ਕੀ ਤੁਹਾਨੂੰ ਲੱਗਦਾ ਕਿ ਜੁੜਦਾ ਉਹਦੇ ਨਾਲ ਜਾਂ ਨਹੀਂ ਜੁੜਦਾ ਸਿਆਲਕਾ ਸਾਹਿਬ? ਬੜਾ ਸਪਸ਼ਟ ਸਵਾਲ ਕਰ ਰਿਹਾ ਸਰ। ਬਿਲਕੁਲ ਜੁੜਦਾ ਜੀ। ਚਲੋ ਥੈਂਕ ਯੂ ਵੈਰੀ ਮਚ, ਤੁਸੀਂ ਕਮੈਂਟ ਦਿੱਤਾ, ਥੈਂਕ ਯੂ ਸਰ। ਹਾਂ ਮਿਸਟਰ ਗੋਸ਼ਾ ਕੀ ਕਹਿਣਾ ਚਾਹ ਰਹੇ? ਮੈਂ ਨਾ ਸਿਆਲਕਾ ਸਾਹਿਬ ਬੜੇ ਸੀਨੀਅਰ ਮੈਂਬਰ ਐਸਜੀਪੀਸੀ ਦੇ, ਸ਼੍ਰੋਮਣੀ ਕਮੇਟੀ ਨੇ ਸੰਜੀਦਾ ਰੋਲ ਨਹੀਂ ਅਦਾ ਕੀਤਾ। ਮੈਂ ਵੀ ਉਦੋਂ ਬੋਲਦਾ ਸੀ, ਮੇਰੀ ਆਵਾਜ਼ ਵੀ ਬੰਦ ਕਰ ਦਿੱਤੀ। ਤੁਸੀਂ ਖੁਦ ਉਦੋਂ ਅਕਾਲੀ ਦਲ ਸੀ ਗੋਸ਼ਾ ਸਾਹਿਬ। ਮੈਂ ਤਾਂ ਕਹਿ ਰਿਹਾ ਮੇਰੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਸੀ। ਗੱਲ ਪੂਰੀ ਸੁਣ ਲੈਣ ਦਿਓ ਜੀ, ਪੂਰੀ ਸੁਣ ਲਓ। ਬੋਲੋ। ਸਿਆਲਕਾ ਸਾਹਿਬ ਨੇ ਕਿਹਾ ਵੀ ਏਜੰਸੀਆਂ ਸਰਕਾਰਾਂ ਚਲਾਉਂਦੀਆਂ, ਵੀ ਬਾਦਲ ਸਾਹਿਬ ਦੀ ਸਰਕਾਰ ਏਜੰਸੀਆਂ ਚਲਾਉਂਦੀਆਂ ਸੀ। ਇਹ ਦੱਸਣ ਉਹ 6 ਵਾਰੀ ਜਿਹੜੇ 5 ਵਾਰੀ ਮੁੱਖ ਮੰਤਰੀ ਬਣੇ। ਦੂਜੀ ਗੱਲ, ਕਾਂਗਰਸ ਦੇ ਅੰਮ੍ਰਿਤਾ ਜੀ ਬੈਠੇ ਆ, ਇਹਨਾਂ ਨੂੰ ਤਾਂ ਬੋਲਣ ਦਾ ਬਿਲਕੁਲ ਹੱਕ ਨਹੀਂ, ਕਿਉਂਕਿ 1984 ਦੇ 2000 ਮਹਾਰਾਜ ਦੇ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਇਹਨਾਂ ਨੂੰ ਉਹ ਯਾਦ ਨਹੀਂ ਹੈਗੀਆਂ। ਹੁਣ ਮੈਂ ਇਬਾਬ ਗਰੇਵਾਲ ਜੀ ਤੇ ਗੱਲ ਆਉਂਗਾ। ਦੇਖੋ ਆਪਾਂ ਬਾਰ-ਬਾਰ ਵਾਅਦੇ ਕਰਦੇ ਕਿਉਂ ਆ ਜਿਹੜੇ ਆਪਾਂ ਨਿਭਾ ਨਹੀਂ ਸਕਦੇ? ਜੇ ਆਪਾਂ ਜਾ ਕੇ ਕੇਜਰੀਵਾਲ ਸਾਹਿਬ ਨੇ ਵਾਅਦਾ ਕਰਤਾ ਕਿ 24 ਘੰਟਿਆਂ 'ਚ ਬੇਦਬੀ ਦੇ ਕਾਤਲ ਆਪਾਂ ਫੜ ਲਿੱਤੇ ਜਾਊਗੇ, ਤੇ ਫਿਰ ਲੈ ਕੇ ਆਣ। ਜੇ ਦੂਜੀ ਗੱਲ ਸੰਧਵਾ ਸਾਹਿਬ ਉੱਥੇ ਜਾ ਕੇ ਕਿਹਾ ਇਹ ਕਹਿੰਦੇ ਹੱਥ ਧੋ ਕੇ ਲੱਗੇ ਹੋਏ ਆ। ਤੁਸੀਂ ਹੱਥ ਧੋ ਕੇ ਨਾ ਲੱਗੋ, ਕੰਮ ਕਰੋ, ਕਲਮ ਚਲਾਓ, ਜਿਹੜੇ ਬੇਦਬੀ ਦੇ ਦੋਸ਼ੀ ਲੈ ਕੇ ਆਓ, ਉਹ ਕੋਈ ਵੀ ਵੱਡੇ ਤੋਂ ਵੱਡਾ ਬੰਦਾ ਕਿਉਂ ਨਾ ਹੋਵੇ। ਤੇ ਚੌਥੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ, ਸਿਆਲਕਾ ਸਾਹਿਬ ਦੀ ਗੱਲ ਦਾ ਜਵਾਬ ਦਿੰਦਾ। ਸਿੱਖ ਐਕਟ ਬਣਾਉਣ ਵਾਸਤੇ ਵਾਜਪਾਈ ਸਾਹਿਬ ਨੇ ਖਰੜਾ ਇਹਨਾਂ ਨੂੰ ਭੇਜਿਆ ਸ਼੍ਰੋਮਣੀ ਕਮੇਟੀ ਨੂੰ। ਅੱਜ ਤੱਕ ਇਹ ਖਰੜਾ ਦੱਬ ਕੇ ਬੈਠੇ ਹੋਇਆ। ਆਲ ਇੰਡੀਆ ਐਕਟ ਨਹੀਂ ਬਣ ਦਿੱਤਾ। ਹਰ ਚੀਜ਼ ਦੇ ਤਾਂ ਆਪਾਂ ਐਕਟ ਗੋਸ਼ਾ ਜੀ ਇੱਕ ਚੀਜ਼ ਮੈਂ ਦੱਸੋ ਨਾ ਗੋਸ਼ਾ ਜੀ ਤੁਸੀਂ ਰਾਮ ਰਹੀਮ ਨੂੰ ਜਦੋਂ ਫਰਲੋ ਜਾਂ ਪੈਰੋਲ ਮਿਲਦੀ ਤੁਸੀਂ ਉਹਦਾ ਵਿਰੋਧ ਕਿਉਂ ਨਹੀਂ ਕਰਦੇ? ਦੇਖੋ ਮੇਰੀ ਜਿਹੜੀ ਜਦੋਂ ਬਣਦੀ ਆ ਉਹ ਕਾਨੂੰਨ ਦੇ ਪ੍ਰੋਵੀਜ਼ਨ ਚ ਆਂਦੀ, ਕੋਰਟ ਚ ਆਂਦੀ। ਮੈਂ ਕੋਰਟ ਨੂੰ ਥੋੜਾ ਚੈਲੰਜ ਕਰਦਾ। ਸਾਰੇ ਕਾਨੂੰਨ ਦਾ ਮਾਮਲਾ ਨਹੀਂ ਹੈਗਾ ਸਰ, ਇਹ ਪ੍ਰਬੰਧਕੀ ਮਾਮਲਾ ਸਰ। ਗੋਸ਼ਾ ਜੀ ਇਹ ਪ੍ਰਬੰਧਕੀ ਮਾਮਲਾ ਹੈ, ਪ੍ਰਬੰਧਕੀ ਮਾਮਲਾ ਸਰ। ਗੋਸ਼ਾ ਜੀ ਇਹ ਕਾਨੂੰਨ ਦਾ ਮਾਮਲਾ ਨਹੀਂ ਹੈਗਾ। ਮੈਂ ਤੁਹਾਨੂੰ ਸੁਣਤਾ ਲਓ ਜੀ। ਬੋਲੋ। ਜਦੋਂ ਹਰਿਆਣਾ ਦੀ ਕਮੇਟੀ ਬਣੀ, ਇਹ 4 ਸਾਲ ਕੋਰਟ 'ਚ ਨਹੀਂ ਗਏ। ਇਹ ਬਾਅਦ ਚੋਂ ਕੇਂਦਰ ਸਰਕਾਰ ਨੂੰ ਘੇਰਦੇ। ਜਦੋਂ ਆਪ ਜਾਂਦੇ ਨਹੀਂ ਗਏ ਤੇ ਕੇਂਦਰ ਸਰਕਾਰ ਨੂੰ ਕਹਿੰਦੇ ਆਪਣੀ ਜ਼ਿੰਮੇਵਾਰੀ ਤਾਂ ਸਮਝਾਣਾ। ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸਮਝੇ ਤੇ ਤਾਂ ਹੀ ਗੱਲ ਬਣੂਗੀ। ਹੁਣ ਅੱਜ ਦੀ ਡੇਟ ਗੋਸ਼ਾ ਜੀ ਮੈਨੂੰ ਇੱਕ ਚੀਜ਼ ਤਾਂ ਸਮਝਾ ਦਿਓ ਨਾ। ਗੋਸ਼ਾ ਜੀ ਤੁਸੀਂ ਬੜੇ ਸਿਆਣੇ ਹੋ। ਗੋਸ਼ਾ ਜੀ ਮੈਨੂੰ ਇੱਕ ਚੀਜ਼ ਸਮਝਾ ਦਿਓ ਨਾ ਸਰ। ਇਹ ਸਾਰੀ ਵੋਟ ਪੋਲਿਟਿਕਸ ਹੈ। ਤੁਸੀਂ ਰਾਮ ਰਹੀਮ ਦੇ ਖਿਲਾਫ ਨਹੀਂ ਬੋਲਣਾ, ਪੈਰੋਲ ਮਿਲਦੀ, ਫਰਲੋ ਮਿਲਦੀ ਆ। ਬਾਕੀ ਪੋਲੀਟੀਕਲ ਪਾਰਟੀਆਂ ਵੀ ਗਾਹੇ ਬਗਾਹੇ ਸੋਚ ਸਮਝ ਕੇ ਬੋਲਦੇ ਆ ਭਾਈ ਵੋਟ ਬੈਂਕ ਨਾ ਟੁੱਟ ਜੇ ਸਾਡਾ ਕਿਤੇ। ਕੇਪੀ ਸਾਹਿਬ ਵੋਟ ਦੀ ਗੱਲ ਨਹੀਂ, ਜਿਹਨੂੰ ਕੋਰਟ ਦੇ ਵਿੱਚੋਂ ਕਾਨੂੰਨ ਦੇ ਹਿਸਾਬ ਨਾਲ ਆਊਗਾ ਤੇ ਉਹਦੇ ਤੇ ਸਾਡਾ ਬੋਲਣਾ ਫਰਜ਼ ਨਹੀਂ ਬਣਦਾ। ਸਰ ਮੈਂ ਫੇਰ ਕਹਿ ਰਿਹਾ ਇਹ ਕਾਨੂੰਨ ਦੇ ਹਿਸਾਬ ਨਾਲ ਫਰਲੋ ਜਾਂ ਪੈਰੋਲ ਨਹੀਂ ਮਿਲਦੀ ਭਾਈ ਗੋਸ਼ਾ ਜੀ। ਮੈਂ ਕੀ ਕਹਿ ਰਿਹਾ, ਜੇ ਕਿਸੇ ਨੂੰ ਦਿੱਕਤ ਹੈ ਤਾਂ ਉਹ ਚੈਲੰਜ ਕਰੇ, ਕਿਉਂ ਨਹੀਂ ਕਰਦਾ? ਕਾਨੂੰਨ ਸਾਰੇ ਵਾਸਤੇ ਸੇਮ ਹੈ। ਠੀਕ ਹੈ। ਹਾਂ ਅਮਰਤ ਕੌਰ ਠੀਕ ਹੈ। ਅਮਰਤ ਕੌਰ ਬੋਲੋ। ਦੇਖੋ ਕੇਪੀ ਜੀ ਗੱਲਾਂ ਨਾ ਇਹ ਬਹੁਤ ਗੋਸ਼ਾ ਜੀ ਇਧਰ 2002 ਦੇ ਗੋਦਰਾ ਕਾਂਡ ਨੂੰ ਅਮਿਤ ਸ਼ਾਹ ਲੇਟੈਸਟ ਗਲੋਰੀਫਾਈ ਕਰ ਰਹੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਰਾਮ ਰਹੀਮ ਦੀ ਗੱਲ ਕਰ ਲਈ। ਜਦੋਂ ਪਾਰਟਿਕੂਲਰ ਇਲੈਕਸ਼ਨਸ ਹੁੰਦੀਆਂ ਨੇ, ਜਦੋਂ ਪੰਜਾਬ ਦੀਆਂ ਇਲੈਕਸ਼ਨ ਸੀਗੀਆਂ ਜਾਂ ਹੁਣ ਇਲੈਕਸ਼ਨ ਸੀ, ਉਦੋਂ ਰਾਮ ਰਹੀਮ ਬਾਹਰ ਆ ਜਾਂਦਾ ਹੈ ਤੇ ਉਦੋਂ ਅਮਰਤ ਕੌਰ ਗਿੱਲ ਰਾਮ ਰਹੀਮ ਨੂੰ ਗਲੋਰੀਫਾਈ ਕਿਹਨੇ ਕੀਤਾ? ਤੁਸੀਂ ਯਾਦ ਕਰੋ, ਤਸਵੀਰਾਂ ਕੱਢ ਕੇ ਦਿਖਾ ਦੂੰਗਾ ਜਿਹੜੇ ਜਹਾਜ਼ ਤੋਂ ਉਤਰਦੇ ਟੈਚੀ ਲੈ ਕੇ ਜਾਂਦੇ ਸੀ ਨਾਲ।
ਗਲੋਰੀਫਾਈ ਕਿਹਨੇ ਕੀਤਾ ਰਾਮ ਰਹੀਮ ਨੂੰ? ਅਸੀਂ ਕੋਈ ਗਲੋਰੀਫਾਈ ਨਹੀਂ। ਤੁਸੀਂ ਜਾ ਕੇ ਵੋਟਾਂ ਮੰਗੀਆਂ, ਉੱਥੇ ਜਾ ਕੇ ਵੋਟਾਂ ਪਵਾ ਦਿਓ ਜੀ ਸਾਨੂੰ। ਅਕਾਲੀ ਦਲ ਨੂੰ ਪੁੱਛੋ ਮਾਫੀ ਦਿੱਤੀਆਂ ਨੇ ਕਿਹਦੇ ਟਾਈਮ 'ਚ ਉਹਦੀ ਗਰੋਥ ਹੋਈ ਹੈ। ਔਰ ਰਾਮ ਰਹੀਮ ਨੂੰ ਬੀਜੇਪੀ ਉਸੇ ਟਾਈਮ ਦੇ ਉੱਤੇ ਲੈ ਕੇ ਆਉਂਦੀ ਹੈ ਜਦੋਂ ਇਹਨੂੰ ਕੋਈ ਬੈਨੀਫਿਟ ਲੈਣਾ ਹੁੰਦਾ। ਔਰ ਅੱਜ ਇੱਕ ਤਰੀਕੇ ਦੇ ਨਾਲ ਆਪਾਂ ਕਹੀਏ ਵੀ ਜਿੰਨੇ ਦੇਸ਼ ਦੇ ਇੰਸਟੀਟਿਊਸ਼ਨਸ ਨੇ, ਆਪਾਂ ਇਲੈਕਸ਼ਨ ਕਮਿਸ਼ਨ ਦੀ ਗੱਲ ਵੀ ਕਰ ਲਈਏ ਤਾਂ ਸਾਰੇ ਤਾਂ ਅੰਡਰ ਦੀ ਡਾਇਰੈਕਟ ਕੰਟਰੋਲ ਆਫ ਬੀਜੇਪੀ। ਚਲੋ ਅਮਰਤ ਠੀਕ ਹੈ, ਅਮਰਤ ਠੀਕ ਹੈ। ਹਾਂ ਮਿਸਟਰ ਬਾਬ ਗਰੇਵਾਲ, ਰਾਮ ਰਹੀਮ ਤੇ ਤੁਸੀਂ ਵੀ ਖੁੱਲ ਕੇ ਨਹੀਂ ਬੋਲਦੇ। ਸਰ ਜੀ ਮੈਂ ਤਾਂ ਖੁੱਲ ਕੇ ਇਹ ਕਹਿਣਾ ਕਿ ਕਨਵਿਕਟਡ ਰੇਪਿਸਟ ਨੂੰ ਹਾਰ ਪਵਾ ਕੇ ਬਿਠਾਉਣ ਦਾ ਰਿਵਾਜ ਕਿਹੜੀ ਪਾਰਟੀ ਦਾ ਸਭ ਨੂੰ ਪਤਾ। ਮੈਂ ਤਾਂ ਖੁੱਲ ਕੇ ਕਹਿਣਾ ਜੀ ਕਿ ਜਿਹੜਾ ਡੇਰਾਵਾਦ ਹੈ ਗਲਤ ਹੈ। ਇਹ ਜਿਹੜੀ ਐਸਜੀਪੀਸੀ ਦਾ ਸਭ ਤੋਂ ਵੱਡਾ ਫੇਲਿਅਰ ਕੀ ਹੈ ਕਿ ਐਸਜੀਪੀਸੀ ਨੇ ਇਨਕਲੂਸਿਵ ਬਣਾਉਣ ਦੀ ਬਜਾਏ ਐਕਸਕਲੂਸਿਵ ਬਣ ਗਏ। ਅੱਜ ਆਪਾਂ ਕਹਿੰਦੇ ਆ ਜੀ ਪਾਸਟਰ ਫਿਰਦੇ ਆ, ਅੱਜ ਆਪਾਂ ਕਹਿੰਦੇ ਆ ਜੀ ਕਨਵਰਜਨ ਹੁੰਦੀ ਹੈ। ਤੁਸੀਂ ਸੁੱਤੇ ਪਏ ਸੀ, ਤੁਸੀਂ ਕੰਮ ਨਹੀਂ ਕੀਤਾ, ਤੁਸੀਂ ਤਾਂ ਲੜੀ ਗਏ ਆਪਦੇ ਮੁੱਦਿਆਂ। ਮੈਂ ਤਾਂ ਇੱਕ ਗੱਲ ਕਹਿਣਾ, ਮੈਂ ਸ਼ਰੇਆਮ ਕਹਿਣਾ, ਇੱਕ ਕਨਵਿਕਟਡ ਰੇਪਿਸਟ ਨੂੰ ਜਿਹੜਾ ਪੈਰੋਲ ਬੋਰਡ ਕਹਿੰਦਾ ਕਿ ਨਾ ਜਾਓ, ਕਨਵਿਕਟਡ ਰੇਪਿਸਟ ਨੂੰ ਬਾਹਰ ਛੱਡਿਆ ਜਾਂਦਾ। ਗੋਸ਼ਾ ਜੀ ਕਹਿੰਦੇ ਕੋਰਟ 'ਚ ਜਾਓ, ਅੱਜ ਕਿਉਂ ਤੁਹਾਡੀ ਤੁਸੀਂ ਆਪ ਕਹਿ ਹੀ ਦਿਓ ਕਿ ਗਲਤ ਹੈ, ਤੁਸੀਂ ਆਪ ਕਹਿ ਦਿਓ ਗਲਤ ਹੈ ਕਿ ਰੇਪਿਸਟ ਨੂੰ ਨਹੀਂ ਛੱਡਣਾ ਚਾਹੀਦਾ। ਅਸੀਂ ਆਪਣਾ ਜਿਹੜਾ ਜੀ ਜ਼ਿੰਮੇਵਾਰੀ ਡਿਊਟੀ ਪੂਰੀ ਨਿਭਾ ਰਹੇ ਆ, ਨਿਭਾਈ ਵੀ ਆ। ਕੋਈ ਇਹ ਨਹੀਂਗਾ ਵੀ ਇਹ 2 4 10 ਜਿਹੜੇ ਪਾਸਟਰ ਨੇ ਤੇ ਇਹਨਾਂ ਨੂੰ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ ਨਾ ਵੀ ਇਹ ਏਜੰਸੀਆਂ ਦੀ ਗੇਮ ਹੈ ਸਾਰੀ। ਇਹ ਏਜੰਸੀਆਂ ਕਿਸ ਢੰਗ ਨਾਲ ਕਿਵੇਂ ਚਲਾ ਰਹੀਆਂ ਸਟੇਟ ਨੂੰ। ਮੈਂ ਪਹਿਲੀ ਮਿਸਟਰ ਗੋਸ਼ਾ ਨੇ ਇੱਕ ਸਵਾਲ ਕੀਤਾ ਹੈ ਸਿਆਲਕਾ ਸਾਹਿਬ, ਮਿਸਟਰ ਗੋਸ਼ਾ ਇੱਕ ਸਵਾਲ ਕਰ ਰਿਹਾ ਹੈ ਕਿ ਏਜੰਸੀਆਂ ਨੇ ਹੀ ਤੁਹਾਡੀ ਸਰਕਾਰ ਚਲਾਈ ਸੀ। ਉਹ ਇਹ ਕਹਿ ਰਹੇ ਹੋ ਖੁਦ ਅਕਾਲੀ ਦਲ ਵਿੱਚ ਸੀ ਉਦੋਂ। ਇਹਨਾਂ ਇਹ ਸਵਾਲ ਕੀਤਾ ਜੀ ਉਦੋਂ ਇਹ ਅਕਾਲੀ ਦਲ ਦੇ ਵਿੱਚ ਹੀ ਸੀਗੇ। ਜਿਹੜਾ ਸਰਕਾਰ ਦੇ ਮਸਲੇ ਨੇ, ਸਰਕਾਰ ਜਿਹੜੀ ਆ ਉਹ ਹੋਰ ਢੰਗ ਨਾਲ ਚੱਲਦੀ ਆ ਜੀ। ਜਿਹੜੀਆਂ ਆਈਬੀ ਜਾਂ ਦੂਸਰੇ ਜਿਹੜੇ ਹੈਗੇ ਨਾ ਜੀ ਰਾਹ ਵਰਗੇ ਜਿਹੜੇ ਵਿੰਗ ਨੇ, ਇਹ ਜਿਹੜਾ ਸੈਕਰੀਲੇਜ ਵਾਲੇ ਦੂਸਰੇ ਮਸਲੇ ਨੇ, ਇਹਨਾਂ ਨੂੰ ਇਹ ਜਿਸ ਤਰ੍ਹਾਂ ਪਾਸਟਰ ਨੂੰ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ, ਇਹ ਸਾਰਾ ਉਹ ਗੇਮ ਇਸ ਕਿਸਮ ਦੀ ਹੁੰਦੀ ਆ ਜੀ। ਰਹੀ ਗੱਲ ਐਸਜੀਪੀਸੀ ਨੂੰ ਤੁਸੀਂ ਟਾਰਗੇਟ ਕਰ ਰਹੇ ਜੀ, ਐਸਜੀਪੀਸੀ ਆਪਣਾ ਕੰਮ ਬੜਾ ਬਖੂਬੀ, ਉਹਨਾਂ ਨੂੰ ਕਿਸੇ ਕੋਲੋਂ ਬਹੁਤਾ ਸਲਾਹ ਲੈਣ ਦੀ ਲੋੜ ਨਹੀਂ। ਇੱਕ ਐਕਟ ਬਣਿਆ ਉਹਦੇ ਮੁਤਾਬਕ, ਜਿਹੜਾ ਗੋਸ਼ਾ ਜੀ ਨੇ ਕਿਹਾ, ਮੇਰੇ ਛੋਟੇ ਭਰਾ ਨੇ, ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦੀ, ਉਹ ਤੇ ਐਸਜੀਪੀਸੀ ਦਾ ਅੱਜ ਵੀ ਉਸੇ ਤਰ੍ਹਾਂ ਹੀ। ਮੇਰਾ ਇਹ ਡਿਬੇਟ ਦਾ ਵਿਸ਼ਾ ਨਹੀਂ ਹੈਗਾ, ਮਿਸਟਰ ਗੋਸ਼ਾ ਨੇ ਚੱਕ ਲਿਆ, ਉਹ ਨਹੀਂ ਡਿਬੇਟ ਦਾ ਵਿਸ਼ਾ ਹੈਗਾ। ਮੈਂ ਵਾਪਸ ਆ ਜਾਊਂਗਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ ਤੇ ਬੇਅਦਬੀ ਤੇ ਸ਼ਾਹ ਕੋਲ ਕਿਹੜਾ ਹੱਲ ਹੈ ਜਿਹੜਾ ਉਹ ਕੱਢਣਗੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਕਿ ਕਾਨੂੰਨ 'ਚ ਸਖਤ ਸਜ਼ਾ ਵਾਲੀ ਸੋਧ ਹੋਣ ਨਾਲ ਬੇਅਦਬੀ ਨੂੰ ਠੱਲ ਪਵੇਗੀ। ਗਰੇਵਾਲ ਸਾਹਿਬ, ਤੁਸੀਂ ਇਹ ਬੇਅਦਬੀ ਦਾ ਮੁੱਦਾ ਸਾਰੇ ਧਰਮਾਂ ਦੀ ਗੱਲ ਕਰ ਰਹੇ ਹੋ ਨਾ? ਜੀ ਅੱਛਾ ਗਰੇਵਾਲ ਸਾਹਿਬ, ਫਿਰ ਐਸਜੀਪੀਸੀ ਕੱਲੀ ਹੀ ਟਾਰਗੇਟ ਕਿਉਂ? ਜੇ ਕੁਰਾਨ ਦੀ ਬੇਅਦਬੀ ਹੁੰਦੀ ਹੈ, ਗੀਤਾ ਦੀ ਬੇਅਦਬੀ ਹੁੰਦੀ ਹੈ, ਜਾਂ ਇਸ ਤੋਂ ਇਲਾਵਾ ਬਾਈਬਲ ਦੀ ਬੇਅਦਬੀ ਹੁੰਦੀ ਹੈ, ਉਹਦੇ ਵਿੱਚ ਕਿੰਦਾ ਰੋਲ ਹੈ ਸਰ? ਜੋ ਮਿਸਟਰ ਸਿਆਲਕਾ ਕਹਿ ਰਹੇ ਆ ਏਜੰਸੀਆਂ ਰੋਲ ਪਲੇ ਕਰਦੀਆਂ ਵੇ, ਤੁਸੀਂ ਇਹਨਾਂ ਦੀ ਗੱਲਾਂ ਇਤਫਾਕ ਰੱਖਦੇ ਹੋ? ਨਹੀਂ ਜੀ, ਨਹੀਂ, ਮੈਂ ਇਤਫਾਕ ਨਹੀਂ ਰੱਖਦਾ। ਹਾਂ, ਏਜੰਸੀਆਂ ਦਾ ਕੰਮ ਜਿਹੜਾ ਕੋ ਹੁੰਦਾ, ਮੈਂ ਥੋੜੀ ਬਹੁਤ ਗੱਲ ਸਮਝ ਸਕਦਾ। ਆਪਾਂ ਕੋਈ ਪਾਕਿਸਤਾਨ ਨਹੀਂ ਹੈਗੇ ਕਿ ਡੀਪ ਸਟੇਟ ਚਲਾ ਰਹੀ ਹੈ ਸਾਨੂੰ, ਐਵੇਂ ਕਨਸਪੀਰੇਸੀ ਥਿਊਰੀਆਂ ਚ ਨਾ ਪਾਈਏ। ਆਪਾਂ ਇੱਕ ਲੋਕਤੰਤਰ ਆ, ਲੋਕਤੰਤਰ ਸਰਕਾਰਾਂ ਚੱਲਦੀਆਂ ਨੇ, ਐਂਡ ਅਲਟੀਮੇਟਲੀ ਏਜੰਸੀਆਂ ਦਾ ਕੰਮ ਹੁੰਦਾ ਦੇਸ਼ ਨੂੰ ਪ੍ਰੋਟੈਕਟ ਕਰਨਾ। ਮੈਂ ਇਹ ਕਨਸਪੀਰੇਸੀ ਥਿਊਰੀ ਚ ਬਾਏ ਨਹੀਂ ਕਰਦਾ। ਹਾਂ, ਮੈਂ ਇੰਨਾ ਜ਼ਰੂਰ ਕਹਿਣਾ ਕਿ ਸ਼ਰਾਰਤਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਬੜੀ ਸਟ੍ਰੈਟੇਜਿਕ ਟਾਈਮਿੰਗ ਨਾਲ ਸ਼ਰਾਰਤਾਂ ਕੀਤੀਆਂ ਜਾਂਦੀਆਂ ਨੇ ਤਾਂ ਕਿ ਲੋਕਾਂ ਦੀ ਜਿਹੜੀ ਮਾਨਸਿਕ ਸੋਚ ਹੈ ਉਹ ਤੇ ਅਸਰ ਪਾਇਆ ਜਾ ਸਕੇ, ਭਾਵੇਂ ਉਹ ਕਿਸੇ ਦਾ ਕਤਲ ਹੋਵੇ, ਭਾਵੇਂ ਉਹ ਹੋਵੇ ਬੇਅਦਬੀ ਹੋਵੇ। ਐਂਡ ਤੁਸੀਂ ਦੇਖੋ, ਮੈਂ 1-2 ਵਾਕਿਆ ਇਹੋ ਜਿਹੇ ਹੋਏ ਨੇ। ਗੱਲ ਸਿਰਫ ਇਹ ਹੈ ਕਿ ਐਸਜੀਪੀਸੀ ਇੱਕ ਸੰਗਠਿਤ ਆਰਗੇਨਾਈਜੇਸ਼ਨ ਹੈ ਜਿਹੜੀ ਸਪੋਜ਼ਿਟਲੀ ਇੱਕ ਧਰਮ ਨੂੰ ਰੈਪਰੈਜ਼ੈਂਟ ਕਰਦੀ ਹੈ, ਜਿਹੜੀ ਇਹ ਕਲੇਮ ਕਰਦੀ, ਜਿਹੜੀ ਰੈਪਰੈਜ਼ੈਂਟ ਕਰਦੀ ਹੈ, ਤੇ ਜਿਹੜੀ ਕਾਨੂੰਨਨ ਤੌਰ ਤੇ ਰੈਪਰੈਜ਼ੈਂਟੇਸ਼ਨ ਕਰਦੀ ਹੈ, ਤੇ ਜਿਨ੍ਹਾਂ ਨੇ ਲੜ ਕੇ ਹੱਕ ਲਿਆ ਐਂਡ ਬੜੀ ਕੁਰਬਾਨੀਆਂ ਦੇ ਕੇ ਹੱਕ ਲਿਆ, ਬਟ ਅਨਫੋਰਚੂਨੇਟਲੀ ਉਹਨੂੰ ਅੱਗੇ ਆਉਂਦੇ ਉਹ ਜਿਹੜੇ ਉਹਨਾਂ ਦੇ ਉੱਤਰਾਧਿਕਾਰੀ ਸੀਗੇ ਉਹ ਭੁੱਲ ਗਏ ਨੇ ਕੁਰਬਾਨੀ, ਐਂਡ ਹੋਰ ਚੀਜ਼ਾਂ ਜੀ ਪੈ ਰਹੇ। ਗਰੇਵਾਲ ਸਾਹਿਬ, ਜਿਹੜੀ ਕਾਨੂੰਨ ਦੀ ਤੁਸੀਂ ਸੋਧ ਦੀ ਮੰਗ ਕਰਦੇ ਪਏ ਹੋ, ਕਿ ਇਸ ਵੇਲੇ ਜਿਹੜਾ ਕਾਨੂੰਨ ਸਾਡੇ ਕੋਲ ਹੈਗਾ, ਅਸੀਂ ਉਸ ਦੇ ਮੁਤਾਬਕ ਇਨਸਾਫ ਦਿਵਾ ਸਕੇ ਆ ਪੀੜਤਾਂ ਨੂੰ, ਅਸੀਂ ਕੰਮ ਕਰ ਸਕੇ ਆ? ਗਰੇਵਾਲ ਸਾਹਿਬ, ਕੇਪੀ ਭਾਜੀ, ਸਾਡਾ ਇੱਕ ਬੜਾ ਸਪਸ਼ਟ ਕਲੀਅਰ ਗੱਲ ਹੈ ਕਿ ਏਜੀ ਆਫਿਸ ਨੂੰ ਕਲੀਅਰ ਇਨਸਟਰਕਸ਼ਨਸ ਨੇ ਕਿ ਪਹਿਲੀ ਗੱਲ ਤੁਸੀਂ ਆ ਕਰੋਗੇ, ਇਨਵੈਸਟੀਗੇਟਿੰਗ ਏਜੰਸੀਆਂ ਤੋਂ ਤੁਹਾਨੂੰ ਜੋ ਮਦਦ ਚਾਹੀਦੀ ਹੈ ਤੁਸੀਂ ਮੰਗੋਗੇ, ਐਂਡ ਡੈਡੀਕੇਟਿਡ ਟੀਮ ਏਜੀ ਆਫਿਸ 'ਚ ਵੀ ਤੇ ਪੁਲਿਸ ਦੀ ਵੀ ਡੈਡੀਕੇਟਿਡ ਬੜੇ ਕੇਪੇਬਲ ਅਫਸਰਾਂ ਦੀ ਸਿਰਫ ਤੇ ਸਿਰਫ ਇਸ ਇੱਕ ਚੀਜ਼ ਤੇ ਕੰਮ ਕਰਨ ਲੱਗੀ ਹੋਈ ਹੈ, ਤੇ ਇਹਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਕੇ ਰਹਾਂ। ਗੋਸ਼ਾ ਜੀ,
ਗੋਸ਼ਾ ਜੀ ਤੁਹਾਨੂੰ ਇਹ ਨਹੀਂ ਲੱਗਦਾ ਕਦੇ ਵੀ ਜੇ ਐਡਾ ਸਖਤ ਕਾਨੂੰਨ ਹੋ ਗਿਆ ਤਾਂ ਇਹਦਾ ਮਿਸਯੂਜ਼ ਵੀ ਹੋ ਸਕਦਾ ਗੋਸ਼ਾ ਜੀ? ਕਿਉਂਕਿ ਬੇਅਦਬੀ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾਊਗਾ? ਸਵਾਲ ਬਹੁਤ ਸਾਰੇ ਆ, ਕਿਉਂਕਿ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਬਾਕੀ ਹੋਰ ਧਰਮਾਂ ਦੇ ਬਾਈਬਲ, ਕੁਰਾਨ, ਗੀਤਾ ਇੰਨੀ ਵੱਡੀ ਗਿਣਤੀ ਵਿੱਚ ਕਿਵੇਂ ਉਹਨੂੰ ਉਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾਊਗਾ ਕਿ ਬੇਅਦਬੀ ਹੋਈ ਹੈ? ਗੋਸ਼ਾ ਜੀ। ਕੇਪੀ ਸਾਹਿਬ ਇਦਾਂ, ਮੈਂ ਦੇਖੋ ਕਾਨੂੰਨ ਸਖਤ ਹੋਣਾ ਚਾਹੀਦਾ, ਪਰ ਉਹਦੇ ਲਈ ਪਰਸਨਲ ਜਿਹੜੀ ਹੈ ਨਾ ਆਪਣੀ ਡੈਡੀਕੇਸ਼ਨ ਵੀ ਹੋਣੀ ਚਾਹੀਦੀ ਹੈ, ਕਿਉਂਕਿ ਪਿਛਲੇ ਦਿਨੀ ਜਿੰਨੇ ਕਾਂਡ ਹੋਇਆ ਅੱਜ ਤੱਕ ਕਿਸੇ ਨੂੰ ਸਹੀ ਤਰੀਕੇ ਨਾਲ ਸਜ਼ਾ ਨਹੀਂ ਮਿਲੀ, ਤੇ ਜਾਂਚ ਦੇ ਨਾਮ ਤੇ SIT ਬਣ ਜਾਂਦੀ ਹੈ, ਉਹ ਫਿਰ ਖਤਮ ਹੋ ਜਾਂਦੀ ਹੈ, SIT ਬਣ ਜਾਂਦੀ ਫਿਰ ਖਤਮ ਹੋ ਜਾਂਦੀ ਹੈ। ਲੋਕਾਂ ਦੇ ਵਿੱਚ ਵਿਸ਼ਵਾਸ ਉਤਰਿਆ ਆ। ਮੈਂ ਫਿਰ ਬਾਰ-ਬਾਰ ਕਹਿਣਾ, ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਸੀ, ਤਾਂ ਹੀ ਬਦਲਾਵ ਲਿਆਂਦਾ। ਲੋਕਾਂ ਨੇ ਪਿਛਲੀ ਸਰਕਾਰਾਂ ਨੂੰ ਸਜ਼ਾਵਾਂ ਦਿੱਤੀਆਂ, ਉਹ ਸਜ਼ਾ ਹੀ ਹੈਗੀ ਹੈ ਜਿਹੜੀ ਅੱਜ ਸਾਰੇ ਬਾਹਰ ਬੈਠੇ, ਤੇ ਹੁਣ ਇਹਨਾਂ ਦੀ ਡਿਊਟੀ ਬਣਦੀ ਹੈ ਕਰਨ। ਕਾਨੂੰਨ ਸਖਤ ਹੋਣਾ ਚਾਹੀਦਾ, ਬਿਲਕੁਲ ਮੈਂ ਇਸ ਗੱਲ ਨਾਲ ਹੈਗਾ, ਕਾਨੂੰਨ ਸਖਤ ਹੋਣ ਨਾਲ ਡਰ ਤਾਂ ਬਣਨਾ ਚਾਹੀਦਾ। ਬਾਕੀ ਰਹਿ ਗਈ ਗਿਣਤੀ ਦੀ, ਦੇਖੋ ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਕਾਂਡ ਕਰਨ ਦੀ ਕੋਸ਼ਿਸ਼ ਕੀਤੀ, ਪਵਿੱਤਰ ਗੀਤਾ ਦੀ ਕੀਤੀ, ਚਾਹੇ ਪਵਿੱਤਰ ਕੁਰਾਨ ਦੀ ਕੀਤੀ, ਚਾਹੇ ਕਿਸੇ ਵੀ, ਦੇਖੋ ਧਰਮ ਦੀ ਗੱਲ ਹੈ, ਲੋਕਾਂ ਨੇ ਇਲੈਕਸ਼ਨਾਂ ਦੇ ਵਿੱਚ ਲੜਾਈਆਂ ਪਾਈਆਂ ਜਾਂਦੀਆਂ, ਇਹ ਆਪਣੇ ਵੱਲ ਖਿੱਚਿਆ ਜਾਂਦੀਆਂ। ਇਸ ਤੋਂ ਪਹਿਲਾਂ ਸਰਕਾਰਾਂ ਬਣੀਆਂ ਵੀ ਐਸੇ ਮੁੱਦੇ ਦੇ ਉੱਤੇ, ਤੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਅਹਿਬਾਬ ਜੀ ਬੈਠੇ ਆ ਅੱਜ ਰੂਲਿੰਗ ਪਾਰਟੀ ਦੇ ਵਿੱਚ, ਇਹਨਾਂ ਦੀ ਪਾਰਟੀ ਚੱਲ ਰਹੀ ਹੈ, ਘੱਟੋ ਘੱਟ ਇਸ ਗੱਲ ਤੇ ਸੰਜੀਦਗੀ ਦਿਖਣ। ਅਸੀਂ ਇਹਨਾਂ ਦੇ ਨਾਲ ਸਪੋਰਟ ਕਰਨ ਨੂੰ ਤਿਆਰ ਆ, ਪਰ ਲੋਕ ਅੱਜ ਮੰਗਦੇ ਆ, ਤੁਸੀਂ ਗਰਾਊਂਡ ਰਿਪੋਰਟ ਤੇ ਜਾ ਕੇ ਦੇਖੋ, ਲੋਕ ਅੱਜ ਇਨਸਾਫ ਮੰਗਦੇ ਆ, ਇਨਸਾਫ ਦੇਣਾ ਚਾਹੀਦਾ। ਅੰਮ੍ਰਿਤ ਕੌਰ ਗਿੱਲ, ਲਾਸਟ ਟੇਕ ਤੁਹਾਡਾ। ਅੰਮ੍ਰਿਤ ਕੌਰ ਗਿੱਲ, ਦੇਖੋ ਰਿਗਰਸ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਸੈਕਰੀਲੇਜ ਕੇਸ ਦੇ ਵਿੱਚ, ਭਾਵੇਂ 302 ਲੱਗੇ, 307 ਲੱਗੇ, ਔਰ ਆਪਾਂ ਕਹੀਏ ਵੀ ਹਰ ਲਾਅ ਦਾ ਯੂਜ਼ ਐਂਡ ਮਿਸਯੂਜ਼ ਹੁੰਦਾ ਹੈ, ਪਰ ਆਪਾਂ ਮਿਸਯੂਜ਼ ਤੇ ਡਰ ਤੋਂ ਆਪਾਂ ਯੂਜ਼ ਨਾ ਕਰੀਏ। ਔਰ ਫੀਅਰ ਫੈਕਟਰ ਜਿਹੜਾ ਹੈਗਾ, ਬਹੁਤ ਸਾਰੇ ਕਾਨੂੰਨ ਇਹੋ ਜਿਹੇ ਨੇ ਜਿਨ੍ਹਾਂ ਦਾ ਡਰ ਵੀ ਬੰਦੇ ਨੂੰ ਰੋਕਦਾ ਹੈ, ਔਰ ਬਹੁਤ ਸਟ੍ਰਿੰਜੈਂਟ ਲਾਜ਼, ਸਟ੍ਰਿਕਟ ਲਾਜ਼ ਬਣਨੇ ਚਾਹੀਦੇ ਨੇ। ਕਿਸੇ ਵੀ ਧਾਰਮਿਕ ਗ੍ਰੰਥ ਕਿਸੇ ਵੀ ਧਰਮ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਜੋ ਇੰਟੈਂਸ਼ਨਲੀ ਕਰਦਾ ਹੈ, ਤਾਂ ਉਹ ਸੈਕੂਲਰ ਫੈਬਰਿਕ ਮੇਰੇ ਦੇਸ਼ ਦੇ ਨੂੰ ਠੇਸ ਪਹੁੰਚਾਉਂਦਾ ਹੈ, ਤੇ ਇਹੋ ਜਿਹੇ ਲੋਕਾਂ ਨੂੰ ਤਾਂ ਫ੍ਰਿੰਜ ਐਲੀਮੈਂਟਸ ਨੂੰ ਸਜ਼ਾ ਸਖਤੀ ਮਿਲਣੀ ਚਾਹੀਦੀ ਹੈ। ਸਿਆਲਕਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਸਰਕਾਰ ਨੂੰ ਕੋਈ ਸਲਾਹ ਦੇਣਾ ਚਾਹੁੰਦੇ ਹੋ ਕਿ ਕਾਨੂੰਨ ਇਸ ਤਰੀਕੇ ਨਾਲ ਹੋਣਾ ਚਾਹੀਦਾ, ਇਸ ਤਰੀਕੇ ਦੀ ਸੋਧ ਹੋਣੀ ਚਾਹੀਦੀ ਹੈ? ਕਿਉਂਕਿ ਜੋ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹੋ, ਉਦੋਂ ਲਿਵਿੰਗ ਗੁਰੂ ਕਹਿੰਦੇ ਹੋ ਤੁਸੀਂ, ਤੇ ਉਸ ਤੋਂ ਬਾਅਦ ਬਾਕੀ ਜਿਹੜੇ ਪਵਿੱਤਰ ਕੁਰਾਨ, ਪਵਿੱਤਰ ਬਾਈਬਲ, ਉਹਨਾਂ ਦੀ ਗੱਲ ਹੁੰਦੀ ਹੈ, ਤੇ ਉਹ ਸੇਮ ਧਾਰਾਵਾਂ ਹੋਣੀ ਚਾਹੀਦੀਆਂ। ਕਿਸ ਤਰੀਕੇ ਹੋਣਾ ਚਾਹੀਦਾ? ਤੁਸੀਂ ਇਸ ਨੂੰ ਕਿਸ ਤਰੀਕੇ ਪਰਿਭਾਸ਼ਿਤ ਕਰਨਾ ਚਾਹੁੰਦੇ ਹੋ ਮਿਸਟਰ ਸਿਆਲਕਾ? ਸਾਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਵਾਸਤੇ ਵੀ ਸੇਮ ਹੀ ਪ੍ਰੋਵੀਜ਼ਨ ਹੋ ਜਾਣ। ਬਟ ਵੇਖੋ ਜਿਹੜੀ ਗੱਲ ਹੈ ਨਾ, ਜਿਹੜਾ ਸਲਾਹ ਦੇਣ ਵਾਲੀ ਗੱਲ ਜੀ, ਉਹ ਖਰੜਾ ਬਣਿਆ, ਉਹ ਬਿੱਲ ਬਣ ਕੇ ਗਿਆ ਜੀ, ਸੈਂਟਰ ਗਵਰਨਮੈਂਟ ਨੂੰ ਦੁਬਾਰਾ ਬਣ ਕੇ ਗਿਆ, ਉਹ ਤੇ ਪਹਿਲਾਂ ਆਲਰੇਡੀ ਔਨ ਫਾਈਲ ਹੈ ਜੀ ਸਾਰਾ ਕੁਝ। ਉਹਦੇ ਵਿੱਚ ਹੋਰ ਐਡੀਸ਼ਨ ਜਿਹੜੀ, ਵੇਖੋ ਇੱਕ ਗੱਲ ਹੈ ਵੀ ਸਖਤ ਸਜ਼ਾਵਾਂ ਦੇਣ ਨਾਲ ਜਾਂ ਸਖਤ ਪ੍ਰੋਵੀਜ਼ਨ ਕਰਨ ਨਾਲ ਜਿਹੜਾ ਉਹ ਮਿਸਯੂਜ਼ ਨਾ ਹੋਵੇ। ਇਹਦੇ ਤੋਂ ਇਲਾਵਾ ਹੋਰ ਬੜੇ ਜਿਹੜੇ ਉਹ ਪ੍ਰੋਵੀਜ਼ਨ ਨੇ ਜਿਨ੍ਹਾਂ ਦੇ ਵਿੱਚ, ਜਿਵੇਂ ਨਾਰਕੋਟਿਕਸ ਦੇ ਵਿੱਚ ਨੇ, ਜਿਵੇਂ ਦੂਸਰਾ ਵਾ। ਹੁਣ ਜੇ ਇੱਥੇ ਵੀ ਕੋਈ ਅਜਿਹੀ ਗੱਲ ਹੋਵੇ ਜੀ, ਮੰਨ ਲਓ ਕੋਈ ਮਿਸਯੂਜ਼ ਹੋਵੇ, ਤੇ ਦੋਸ਼ੀ ਨੂੰ ਆਪਣਾ ਡਿਫੈਂਸ ਕਰਦਾ, ਜੇ ਦੂਸਰੇ ਕੇਸਾਂ ਦੇ ਡਿਫੈਂਸ ਕਰਦੇ ਨੇ, ਇਹਦੇ 'ਚ ਵੀ ਪੂਰਾ ਅਧਿਕਾਰ ਹੈ। ਉਹ ਤੇ ਕੋਰਟ ਨੇ ਵੇਖਣਾ, ਐਵੀਡੈਂਸ ਨੇ ਸਾਬਤ ਕਰਨਾ ਵੀ ਬੰਦਾ ਦੋਸ਼ੀ ਆ ਕਿ ਨਹੀਂ ਦੋਸ਼ੀ। ਪਰ ਜੇ ਇਸ ਗੱਲ ਤੋਂ ਆਪਾਂ ਆਖੀਏ ਵੀ ਹੋਣੀ ਨਹੀਂ, ਇਹਦਾ ਕੋਈ ਮਿਸਯੂਜ਼ ਹੋਵੇ, ਤਾਂ ਉਹ ਮੈਂ ਸਮਝਦਾ ਕੋਈ ਗੱਲ ਨਹੀਂ। ਬਾਕੀ ਜਿਹੜਾ ਹੈਗਾ ਆਪਣਾ, ਸਿਰਫ ਇੱਕ ਪਾਰਟੀ ਨੂੰ, ਇੱਕ SGPC ਨੂੰ ਇਸ ਗੱਲ ਦੇ ਉੱਤੇ ਲੈ ਕੇ ਆਉਣਾ ਜੀ, ਇਹ ਕਰ ਨਹੀਂ ਰਹੇ। ਸਾਡੇ ਵੱਲੋਂ ਵੇਖੋ, ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਇਸ ਵੇਲੇ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ, ਜਿੱਥੇ ਤੱਕ SGPC ਦਾ ਅਧਿਕਾਰ ਖੇਤਰ ਹੈ ਜੀ, ਸਾਡੇ ਪ੍ਰਚਾਰਕ ਨੇ, ਅਸੀਂ ਇਕੱਲੇ ਪਿੰਡ ਦੇ ਵਿੱਚ, ਇਕੱਲੇ ਗੁਰਦੁਆਰਾ ਸਾਹਿਬ ਦੇ ਵਿੱਚ, ਇਕੱਲੇ ਸ਼ਹਿਰ ਦੇ ਵਿੱਚ, ਜਿੱਥੇ ਕਿਤੇ ਵੀ ਲੋਕਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰਾਂ ਦੇ ਵਿੱਚ ਸੁਸ਼ੋਭਿਤ ਨੇ, ਉਹਨਾਂ ਦਾ ਇੱਕ ਪ੍ਰੋਪਰ ਜਿਹੜਾ ਜੀ ਉਹ ਬਣਾ ਲਿਆ ਇੰਡੈਕਸ, ਵੀ ਕਿੱਥੇ ਕਿੰਨੇ ਮਹਾਰਾਜ ਦੇ ਸਰੂਪ ਸੁਸ਼ੋਭਿਤ ਨੇ। ਇਸ ਤਰ੍ਹਾਂ ਬਾਕੀ ਜਿਹੜੇ ਜਿਵੇਂ ਦਿੱਲੀ ਆ ਜਾਂ ਹੋਰ ਸੂਬੇ ਨੇ, ਉੱਥੇ ਵੀ ਜਿਹੜਾ ਉਹ ਸਾਡੇ ਜਿੱਥੇ ਮਿਸ਼ਨ ਕੰਮ ਕਰ ਰਹੇ ਨੇ, ਉਹਨਾਂ ਦੇ ਰਾਹੀਂ ਅਸੀਂ ਇਹ ਪੂਰੇ ਦਾ ਪੂਰਾ ਡਾਟਾ ਜਿਹੜਾ ਉਹ ਇਕੱਤਰ ਕਰ ਰਹੇ ਹਾਂ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਪ੍ਰਕਾਸ਼ਨ ਸਮੂਹਾਂ ਵੱਲੋਂ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼। ਸਿਆਲਕਾ ਸਾਹਿਬ, ਜਿਹੜਾ ਤੁਸੀਂ ਕਹਿ ਰਹੇ ਹੋ ਡਾਟਾ ਕਲੈਕਟ ਕਰ ਰਹੇ ਹੋ, ਜਿਹੜੇ ਸਰੂਪ ਗਾਇਬ ਹੁੰਦੇ ਆ, ਉਹਨਾਂ ਬਾਰੇ ਕੀ ਤੁਹਾਡੀ ਨੀਤੀ ਹੈ? ਉਹਨਾਂ ਬਾਰੇ ਕੀ ਕਰ ਰਹੇ ਹੋ ਤੁਸੀਂ? ਗਾਇਬ ਜਿਹੜੇ ਆ ਜੀ, ਇਸ ਵੇਲੇ ਤੇ ਜਿਹੜਾ ਅਸੀਂ ਡਾਟਾ ਕਲੈਕਟ ਕਰ ਰਹੇ ਹਾਂ ਜੀ। ਨਹੀਂ, ਜਿਹੜੇ 328 ਪਾਵਨ ਸਰੂਪਾਂ ਦੀ ਗੱਲ ਹੁੰਦੀ ਹੈ, ਉਹਨਾਂ ਨੂੰ ਕਿਸ ਸ਼੍ਰੇਣੀ ਵਿੱਚ ਰੱਖੋਗੇ ਤੁਸੀਂ? ਉਹ ਕਿੱਥੇ ਹੈ? ਵੇਖੋ,
ਭਾਜੀ ਆ ਬੜਾ ਵਧੀਆ ਸਵਾਲ ਕੀਤਾ ਤੁਸੀਂ, ਤੇ ਇਸ ਸਵਾਲ ਦਾ ਜਵਾਬ ਵੀ ਜਿਹੜਾ ਉਹ ਦੇਣਾ ਬੜਾ ਜ਼ਰੂਰੀ ਆ। ਦੋ ਚੀਜ਼ਾਂ ਨੇ, ਸਰੂਪ ਕਿੱਥੇ ਨੇ? ਤੁਹਾਡਾ ਸਵਾਲ ਇਹ ਆ। ਹੁਣ ਇਹ ਸਰੂਪ ਹੁੰਦੇ 2013 ਤੋਂ ਲੈ ਕੇ ਤੇ 2017-18 ਤੱਕ, ਇੰਨੇ ਸਮੇਂ ਦੌਰਾਨ ਇਹ 328 ਸਰੂਪਾਂ ਦਾ ਜਿਹੜਾ ਉਹ ਡਿਫਰੈਂਸ ਆਉਂਦਾ ਜੀ, ਜਿਹੜੀ ਸਾਡੇ ਕੋਲ ਹੈ। ਉਹਦੇ ਮੁਤਾਬਕ ਜਿਹੜਾ ਜੋ ਆਈ ਈਸ਼ਰ ਸਿੰਘ ਹੁਣਾਂ ਦੀ ਰਿਪੋਰਟ, ਹੁਣ 2013 ਤੋਂ ਲੈ ਕੇ ਤੇ 2022 ਆ ਗਈ ਜੀ। ਇਸ ਸਮੇਂ ਦੇ ਦੌਰਾਨ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਬੇਅਦਬੀ ਦੀਆਂ, ਇਹਨਾਂ ਘਟਨਾਵਾਂ ਦੇ ਵਿੱਚ ਇਹ ਸਾਬਤ ਹੋ ਗਿਆ, ਜਾਂ ਅਸੀਂ ਆਪਣੇ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਕਰ ਲਈ ਕਿ ਸਰੂਪ ਕਿੱਥੋਂ ਆਏ ਸੀ, ਕਿਸ ਤਰ੍ਹਾਂ ਆਏ ਸੀ। ਤੁਸੀਂ ਉਹ 328 ਸਰੂਪਾਂ ਦੀ ਅੱਜ ਤੱਕ ਕਿਤੇ ਵੇਖਿਆ ਵੀ ਉਹ ਜਿਹੜਾ ਜੋ ਬੇਅਦਬੀ ਹੋ ਗਈ ਜਾਂ ਉਹ ਮਿਸਿੰਗ ਨੇ? ਉਹ 328 ਸਰੂਪ ਜਿਹੜੇ ਆ ਉਹ ਸਾਰੇ ਕਿਤੇ ਨਾ ਕਿਤੇ ਗੁਰੂ ਘਰ ਦੇ ਵਿੱਚ ਸ਼ੋਭਿਤ ਨੇ। ਉਹਦੀ ਪੜਤਾਲ ਚੱਲ ਰਹੀ ਹੈ ਜੀ। ਬਾਕੀ ਮੈਂ ਤਾਂ ਪੁੱਛ ਰਿਹਾ ਨੇ ਸਰ, ਤੁਸੀਂ ਕਹ ਰਹੇ ਡਾਟਾਬੇਸ ਅਸੀਂ ਕਲੈਕਟ ਕਰਦੇ ਪਏ ਹਾਂ, ਡਾਟਾ ਕਲੈਕਟ ਕਰਦੇ ਪਏ ਹੋ, ਉਹ ਤੁਹਾਡੇ ਡਾਟੇ ਵਿੱਚ ਆ ਗਏ ਕਿ ਨਹੀਂ ਆ ਗਏ ਸਰ? ਅਜੇ ਤੱਕ ਕੰਪਲੀਟ ਨਹੀਂ ਹੋਇਆ ਜੀ ਡਾਟਾ। ਚਲੋ ਠੀਕ ਹੈ। ਹਾਂ ਮਿਸਟਰ ਗੋਸ਼ਾ ਕੀ ਕਹਿਣਾ ਚਾਹ ਰਹੇ, ਫਟਾਫਟ ਬੋਲੋ ਪਲੀਜ਼। ਦੇਖੋ, ਮੈਂ ਵੀ ਸਿੰਘ ਸਾਹਿਬ ਜੀ ਨੂੰ ਇੱਕ ਲੈਟਰ ਦੇ ਕੇ ਆਇਆ ਸੀ 2014 ਦੇ ਵਿੱਚ, ਵੀ ਜਿਹੜਾ ਉੱਠਦਾ ਦਿਲ ਕਰਦਾ ਗੁਰਦੁਆਰਾ ਬਣਾ ਲੈਂਦਾ। ਕਿਸੇ ਪਿੰਡ 'ਚ 12 ਗੁਰਦੁਆਰਾ ਸਾਹਿਬ ਹੈਗੇ ਆ, ਠੀਕ ਆ, ਬਣਨ, ਪਰ 19 ਕੁ ਬਣਨ ਜਿੰਨੀ ਕੋ ਲੋੜ ਹੋਵੇ। ਉਹਦੇ ਉੱਤੇ ਤਾਂ ਅੱਜ ਤੱਕ ਇਹਨਾਂ ਨੇ ਬਿਆਨ ਨਹੀਂ ਦਿੱਤਾ ਵੀ ਨਹੀਂ ਬਣਨੇ ਚਾਹੀਦੇ। ਤਾਂ ਹੀ ਤਾਂ ਇਹ ਚੀਜ਼ਾਂ ਲਾਗਤਬਾਜ਼ੀ ਨਾਲ ਵੀ ਹੋ ਸਕਦੀਆਂ। ਇਸ ਗੱਲ ਤੇ ਧਿਆਨ ਦੇਣਾ ਚਾਹੀਦਾ। ਮੇਰੀ ਤਾਂ ਬੇਨਤੀ ਹੈ ਸੈਲਕਾ ਸਾਹਿਬ, ਦੇਖੋ ਦੁੱਖ ਸਾਰੇ ਵਾਸਤੇ ਬਰਾਬਰ ਹੈ, ਤੁਹਾਡੇ ਵਾਸਤੇ ਦੁੱਖ ਵੀ ਆ, ਮੇਰੇ ਵਾਸਤੇ ਵੀ ਦੁੱਖ ਹੈ। ਜਿੰਨੇ ਬੈਠੇ ਪਿੰਡ ਵਿੱਚ ਜਿੰਨੇ ਗੁਰੂ ਘਰ ਦੀ ਲੋੜ ਹੈ, ਜੇ ਇੱਕ ਗੁਰੂ ਘਰ ਦੀ ਲੋੜ ਹੈ ਤੇ ਇੱਕ ਗੁਰੂ ਘਰ ਹੀ ਹੋਣਾ ਚਾਹੀਦਾ, ਜਾਤਾਂ ਧਰਮਾਂ ਦੇ ਨਾਂ ਤੇ ਨਹੀਂ ਬਣਨਾ ਚਾਹੀਦਾ। ਉਹ ਇਹ ਕਹਿਣਾ ਚਾਹ ਰਹੇ ਮੈਨੂੰ ਲੱਗਦਾ। ਵੈਸੇ ਹਰ ਪਿੰਡ 'ਚ ਇੱਕ ਗੁਰੂ ਘਰ ਹੋਣਾ ਚਾਹੀਦਾ ਹੈ, ਔਰ ਬਹੁਤ ਸਾਰੇ ਗੁਰੂ ਘਰ ਮੈਂ ਥੋੜਾ ਕਰੈਕਟ ਕਰ ਦਵਾਂ, ਬਰਾਦਰੀ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਨਹੀਂ ਹੋਣਾ ਚਾਹੀਦਾ, ਉਹ ਇਹ ਕਹਿਣਾ ਚਾਹੁੰਦੇ ਆ ਸੈਲਕਾ ਸਾਹਿਬ। ਬਿਲਕੁਲ, ਇੱਕ ਆਪਣੀ ਕਮਜ਼ੋਰੀ ਰਹੀ ਤਾਂ ਹੀ ਇਹ ਕੰਮ ਵੱਧ ਰਿਹਾ। ਸੈਲਕਾ ਸਾਹਿਬ ਇਹਦੇ ਤੇ ਵੀ ਕੰਮ ਕਰਨ ਦੀ ਲੋੜ ਹੈਗੀ ਹੈ ਸਾਨੂੰ, ਮੈਨੂੰ ਲੱਗਦਾ। ਚੀਜ਼ ਨੂੰ ਨਕੇਲ ਪਾਈ ਜਾਵੇ, ਐਸਜੀਪੀ ਜੀ ਇਸ ਚੀਜ਼ ਤੇ ਧਿਆਨ ਦੇਵੇ। ਸੈਲਕਾ ਸਾਹਿਬ ਤੁਸੀਂ ਐਡਮਿਟ ਕਰਦੇ ਹੋ ਗੱਲ, ਤੁਸੀਂ ਧਿਆਨ ਦਿਓ। 2014 ਚ ਐਪਲੀਕੇਸ਼ਨ ਦੇ ਕੇ ਆਇਆ ਸੀ ਵਾਲੇ। ਠੀਕ ਹੈ ਗੋਸ਼ਾ, ਤੁਹਾਡਾ ਸਵਾਲ ਲਾਤਾ ਮੈਂ। ਗੋਸ਼ਾ ਤੁਹਾਡਾ ਸਵਾਲ ਲਾਤਾ। ਹਾਂ ਸੈਲਕਾ ਸਾਹਿਬ, ਪਿੰਡ ਦੇ ਵਿੱਚ ਤਿੰਨਾਂ ਚੋਂ ਦੋਵਾਂ ਤੋਂ ਇੱਕ ਹੋ ਰਹੇ ਨੇ, ਉੱਥੇ ਹੀ ਸਪੈਸ਼ਲ ਜਿਹੜਾ ਉਹ ਗ੍ਰਾਂਟ ਵੀ ਦੇ ਰਹੇ, ਐਪਰੀਸੀਏਸ਼ਨ ਵੀ ਕਰ ਰਹੇ ਹਾਂ ਜੀ। ਚਲੋ ਠੀਕ ਹੈ। ਗਰੇਵਾਲ ਸਾਹਿਬ ਲਾਸਟ ਇੱਕ ਫਟਾਫਟ ਪਲੀਜ਼, ਜਲਦੀ 30 ਸੈਕਿੰਡ। ਛੋਟੀ ਜੀ ਬੇਨਤੀ ਸੀ, ਮੌਤ ਹੀ ਤਾਂ ਲੋਕਾਂ ਨੂੰ ਬਰਾਬਰ ਕਰ ਦਿਓ। ਇਹੀ ਹੁਕਮਨਾਮਾ ਦੇ ਦਿਓ ਕਿ ਸ਼ਮਸ਼ਾਨ ਘਾਟ ਇੱਕ ਕਰ ਦਿਓ। ਗੁਰਦੁਆਰੇ ਤਾਂ ਲੋਕ ਹੱਟੀਆਂ ਬਣਾਈ ਬੈਠੇ ਨੇ, ਇਹਨਾਂ ਨੂੰ ਕਹੋ ਸ਼ਮਸ਼ਾਨ ਘਾਟ। ਮੌਤ 'ਚ ਤਾਂ ਆਪਾਂ ਜਾਤ ਪਾਤ ਛੱਡ ਦਈਏ, ਐਸਜੀਪੀਸੀ ਦਾ ਕਰਨਾ ਜੀ। ਮੈਂ ਤਾਂ ਕਹਿਣਾ ਇਹਨਾਂ ਚੀਜ਼ਾਂ ਨਾਲ ਕੰਮ ਕਰਨਗੇ। ਸ਼ਮਸ਼ਾਨ ਘਾਟ 'ਚ ਐਸਜੀਪੀਸੀ ਦਾ ਲਿੰਕ ਨਹੀਂ ਹੈਗਾ ਨਾ। ਚਲੋ ਅਪੀਲ ਤਾਂ ਕਰਦੇ ਨੇ ਕਿ ਜਾਤ। ਚਲੋ ਗਰੇਵਾਲ ਸਾਹਿਬ ਇੱਕ ਆਖਰੀ ਸਵਾਲ ਦਾ ਜਵਾਬ ਦਿਓ। ਗਰੇਵਾਲ ਸਾਹਿਬ ਅਮਿਤ ਸ਼ਾਹ ਤੁਹਾਡੀ ਸੁਣਨਗੇ ਨਹੀਂ ਸੁਣਨਗੇ? ਅਮਿਤ ਸ਼ਾਹ ਨੂੰ ਅਸੀਂ ਜੋ ਕਹਿਣਾ ਸੀ, ਅਸੀਂ ਵਿਦ ਪੇਪਰਸ ਵਿਦ ਡਾਕੂਮੈਂਟਸ ਗੱਲ ਕਰ ਆਏ ਹਾਂ। ਐਂਡ ਅਸੀਂ ਅਪੀਲ ਕਰਦੇ ਹਾਂ ਜੇ ਉਹ ਸੀਰੀਅਸ ਨਹੀਂ ਇਹਦੇ ਬਾਰੇ ਉਹ ਕਰਨ। ਬਾਕੀ ਪੰਜਾਬ ਪੁਲਿਸ ਕੋਈ ਕਸਰ ਨਹੀਂ ਛੱਡੂਗੀ। ਦੁੱਧ ਦਾ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ। ਕੋਈ ਵੱਡੇ ਤੋਂ ਵੱਡਾ ਹੋਵੇ ਬਖਸ਼ਾਂਗੇ। ਚਲੋ ਬਹੁਤ ਧੰਨਵਾਦ ਮਿਸਟਰ ਗਰੇਵਾਲ ਤੁਹਾਡਾ। ਸੈਲਕਾ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅਮਰ ਕੌਰ ਗਿੱਲ ਤੁਹਾਡਾ ਬਹੁਤ ਧੰਨਵਾਦ। ਗੁਰਦੀਪ ਸਿੰਘ ਗੋਸ਼ਾ ਤੁਹਾਡਾ ਬਹੁਤ ਧੰਨਵਾਦ। ਬੇਅਦਬੀ ਦੇ ਸ਼ਾਹ ਕੋਲ ਕਿਹੜਾ ਹੱਲ? ਅਸੀਂ ਸਾਰੇ ਸਵਾਲ ਕੀਤੇ ਆ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਬੇਅਦਬੀ ਦੇ ਮੁੱਦੇ ਨੂੰ ਕੀ ਸਿਆਸਤ ਜਿੰਦਾ ਤਾਂ ਨਹੀਂ ਰੱਖਣਾ ਚਾਹੁੰਦੀ ਜਾਣਬੁੱਝ ਕੇ। ਸਵਾਲ ਇਹ ਵੀ ਬੜਾ ਇੰਪੋਰਟੈਂਟ ਹੈਗਾ ਕਿ ਬੇਅਦਬੀ ਸਿਰਫ ਸਿਆਸੀ ਏਜੰਡਾ ਬਣਾ ਕੇ ਤੁਹਾਡੇ ਅੱਗੇ ਤਾਂ ਨਹੀਂ ਰੱਖਿਆ ਜਾ ਰਿਹਾ। ਬਹੁਤ ਧੰਨਵਾਦ।